ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਰੇ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਬੈਠੇ ਹਨ, ਉੱਥੇ ਉੱਥੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ 400 ਸਾਲਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਹਿੰਦੁਸਤਾਨ ਦੀ ਯਾਤਰਾ ਕਰ ਰਹੇ ਸਨ, ਤਾਂ ਜਿੱਥੇ ਅੱਜ ਕੱਲ੍ਹ ਅੰਮ੍ਰਿਤਸਰ ਸ਼ਹਿਰ ਹੈ, ਇੱਥੇ ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਜੀ ਆਏ। ਕੋਈ ਸਮਾਂ ਇੱਥੇ ਬੈਠੇ, ਜਾਣ ਲੱਗੇ ਗੁਰੂ ਨਾਨਕ ਦੇਵ ਜੀ ਕਹਿੰਦੇ, ਮਰਦਾਨਾ ਜੀ, ਇਸ ਥਾਂ 'ਤੇ ਨਾ ਬਹੁਤ ਵੱਡਾ ਸ਼ਹਿਰ ਵਸੇਗਾ। ਮਰਦਾਨਾ ਜੀ ਕਹਿੰਦੇ ਵੀ ਬਾਬਾ ਜੀ ਕੌਣ ਵਸਾਏਗਾ? ਕਹਿੰਦੇ ਸਾਡਾ ਹੀ ਇੱਕ ਸਿੱਖ ਵਸਾਏਗਾ। ਸਮਾਂ ਬੀਤ ਗਿਆ, ਹੁਣ ਉਹ ਨਗਰ ਵਸਾਉਣ ਦਾ ਸਮਾਂ ਆ ਗਿਆ ਹੈ। ਤੀਸਰੇ ਪਾਤਸ਼ਾਹ ਭਾਈ ਜੇਠਾ ਜੀ ਨੂੰ, ਚੌਥੇ ਪਾਤਸ਼ਾਹ ਦਾ ਬਚਪਨ ਦਾ ਨਾਮ ਜੇਠਾ ਜੀ ਸੀ। ਜੇਠਾ ਜੀ ਨੂੰ ਨਾਲ ਲੈ ਕੇ ਗੋਇੰਦਵਾਲ ਤੋਂ ਅੰਮ੍ਰਿਤਸਰ ਦੀ ਧਰਤੀ 'ਤੇ ਪਹੁੰਚੇ। ਹਰਿਮੰਦਰ ਸਾਹਿਬ ਦੇ ਨਜ਼ਦੀਕ ਨਾ ਗੁਰੂ ਕਾ ਬਾਜ਼ਾਰ ਹੈ। ਗੁਰੂ ਕੇ ਬਾਜ਼ਾਰ ਦੇ ਵਿੱਚ ਹੀ ਗੁਰੂ ਕੇ ਮਹਿਲ ਹਨ। ਸਿੱਖ ਧਰਮ 'ਚ ਮਹਿਲ ਦੇ ਦੋ ਅਰਥ ਨੇ। ਇੱਕ ਹੈ ਜਿਵੇਂ ਆਪਣੇ ਰਾਜੇ ਦਾ ਮਹਿਲ ਹੁੰਦਾ ਘਰ, ਦੂਸਰਾ ਮਹਿਲਾ ਔਰਤ ਨੂੰ ਵੀ ਕਹਿੰਦੇ ਨੇ। ਗੁਰੂ ਮਹਾਰਾਜ ਦੇ ਜੀ ਮਹਿਲ ਸਨ ਇਹ। ਜਿੱਥੇ ਅੱਜ ਕੱਲ੍ਹ ਗੁਰੂ ਕੇ ਮਹਿਲ ਬਣਿਆ ਹੋਇਆ ਸਥਾਨ, ਗੁਰੂ ਕੇ ਬਾਜ਼ਾਰ ਦੇ ਇੱਕ ਗਲੀ 'ਚ, ਉੱਥੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਇੱਥੋਂ ਨਗਰ ਵਸਾਉਣਾ ਸ਼ੁਰੂ ਕਰੋ। ਉਸ ਸਥਾਨ 'ਤੇ ਫਿਰ ਚੌਥੇ ਪਾਤਸ਼ਾਹ ਭਾਈ ਜੇਠਾ ਜੀ ਨੇ ਉੱਥੇ ਘਰ ਬਣਾਉਣਾ ਸ਼ੁਰੂ ਕੀਤਾ ਆਪਣੇ ਰਿਹਾਇਸ਼ ਲਈ, ਅਤੇ ਸੰਗਤ ਨੂੰ ਸੁਨੇਹੇ ਭੇਜੇ ਕਿ ਅਸੀਂ ਨਵਾਂ ਨਗਰ ਵਸਾਉਣ ਲੱਗੇ ਹਾਂ। ਜਿਨ੍ਹਾਂ ਨੇ ਇੱਥੇ ਆ ਕੇ ਦੁਕਾਨਾਂ ਪਾਉਣੀਆਂ, ਕੋਈ ਵਪਾਰ ਕਰਨਾ ਹੈ, ਉਹਨੂੰ ਅਸੀਂ ਮੁਫਤ ਥਾਂ ਦੇਵਾਂਗੇ, ਉਹ ਇੱਥੇ ਆ ਜਾਓ, ਵਪਾਰ ਕਰੋ। ਸੋ ਜਿੱਥੇ ਆ ਕੇ ਦੁਕਾਨਦਾਰ ਵਸੇ, ਉਸ ਨੂੰ ਕਹਿੰਦੇ ਗੁਰੂ ਕਾ ਬਾਜ਼ਾਰ। ਤਾਂ ਗੁਰੂ ਕਾ ਮਹਿਲ ਜਿਹੜਾ ਸੀ, ਭਾਵ ਚੌਥੇ ਪਾਤਸ਼ਾਹ ਜਿਹੜਾ ਘਰ ਹੈ, ਉਹ ਤਿਆਰ ਹੋ ਗਿਆ ਹੈ। ਗੁਰੂ ਮਹਾਰਾਜ ਇੱਥੇ ਰਹਿਣ ਲੱਗ ਪਏ ਨੇ। ਇੱਥੇ ਰਹਿ ਕੇ ਸ਼ਹਿਰ ਦੀ ਉਸਾਰੀ ਕਰਾ ਰਹੇ ਨੇ। ਇੱਥੇ ਚੌਥੇ ਪਾਤਸ਼ਾਹ ਰਹੇ। ਇਹ ਗੁਰੂ ਕੇ ਮਹਿਲ ਦੇ ਵਿੱਚ ਹੀ ਪੰਚਮ ਪਾਤਸ਼ਾਹ ਰਹੇ। ਗੁਰੂ ਕੇ ਮਹਿਲ ਦੇ ਵਿੱਚ ਹੀ ਛੇਵੇਂ ਪਾਤਸ਼ਾਹ ਰਹੇ। ਇੱਥੇ ਹੀ 1621 ਈਸਵੀ ਨੂੰ ਛੇਵੇਂ ਪਾਤਸ਼ਾਹ ਦੇ ਘਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ 1621 ਨੂੰ, ਗੁਰੂ ਕੇ ਮਹਿਲ ਸਥਾਨ 'ਤੇ ਅੰਮ੍ਰਿਤਸਰ 'ਚ। ਪਰਿਵਾਰ ਇੱਥੇ ਰਹਿੰਦਾ ਰਿਹਾ। ਕਿੰਨਾ ਭਾਗਾਂ ਵਾਲਾ ਉਹ ਥਾਂ ਹੈ। ਪਰ ਮੈਨੂੰ ਅਫਸੋਸ ਹੈ, ਕਈ ਸਾਲ ਪਹਿਲਾਂ ਮੇਰੀ ਅਤੇ ਸਿਮਰ ਦੀ ਮਹਾਂਪੁਰਖਾਂ ਨੇ ਡਿਊਟੀ ਲਾਤੀ, ਸੰਤ ਸੰਤੋਖ ਸਿੰਘ ਜੋਤੀ ਸਰੂਪ ਵਾਲੇ ਨੇ, ਕਿ ਤੁਸੀਂ ਉੱਥੇ 11 ਦਿਨ ਜਾ ਕੇ ਹਰਿਮੰਦਰ ਸਾਹਿਬ ਸੇਵਾ ਕਰੋ, ਬਰਤਨ ਮਾਂਜਣ ਦੀ।
ਅਸੀਂ ਉੱਥੇ ਸੇਵਾ ਸ਼ੁਰੂ ਕਰਤੀ। ਹੁਣ ਮੈਂ ਪੜ੍ਹਿਆ ਸੀ ਵੀ ਗੁਰੂ ਮਹਾਰਾਜ ਨੇ ਇੱਥੇ ਰਹਿ ਕੇ ਹੀ ਹਰਕਰੀ ਨਗਰ ਵਸਾਇਆ। ਵੀ ਉਹ ਕਿੱਥੇ ਰਹਿੰਦੇ ਸੀ ਵੀ ਮੈਂ ਪਤਾ ਕਰਾਂ। ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਜਿਹੜੇ ਬਰਛੇ ਲੈ ਕੇ ਖੜ੍ਹਦੇ, ਮੈਂ ਕਈਆਂ ਨੂੰ ਪੁੱਛਿਆ ਵੀ ਜਿੱਥੇ ਗੁਰੂ ਮਹਾਰਾਜ ਰਿਹਾ ਕਰਦੇ ਸਨ ਉਹ ਥਾਂ ਕਿਹੜੀ ਹੈ? ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਜੀ। ਦੂਜੇ ਨੂੰ ਪੁੱਛਿਆ ਕਿ ਸਾਨੂੰ ਤਾਂ ਪਤਾ ਨਹੀਂ ਜੀ। ਤੀਜੇ ਨੂੰ ਪੁੱਛਿਆ ਕਿ ਸਾਨੂੰ ਤਾਂ ਪਤਾ ਨਹੀਂ ਜੀ। ਮੈਂ ਵੱਡੇ ਦਰਵਾਜ਼ੇ ਤੋਂ ਬਾਹਰ ਨਿਕਲਿਆ, ਇੱਕ ਨੌਜਵਾਨ ਲੜਕਾ ਮੈਨੂੰ ਮਿਲ ਗਿਆ। ਮੈਂ ਕਾਕਾ, ਜਦੋਂ ਚੌਥੇ ਪਾਤਸ਼ਾਹ ਨੇ ਨਗਰ ਵਸਾਇਆ ਸੀ ਉਹ ਕਿੱਥੇ ਰਹਿੰਦੇ ਸੀ? ਕਹਿੰਦੇ ਉਹ ਗੁਰੂ ਕੇ ਮਹਿਲ ਰਹਿੰਦੇ ਸੀ। ਉਹ ਕਹਿੰਦੇ ਇਸ ਨੇੜੇ ਹੀ ਹੈ ਜੀ, ਆਹ ਗਲੀ ਜਾਏਗੀ ਅੱਗੇ, ਅੱਗੇ ਬਾਜ਼ਾਰ ਹੈ, ਸੌੜੀਆਂ ਗਲੀ ਨੇ, ਉੱਥੋਂ ਅੱਗੇ ਪੁੱਛ ਲਓ, ਲਿਖਿਆ ਹੋਇਆ ਹੈ, ਬੋਰਡ ਜੇ ਵੀ ਲੱਗੇ, ਸਾਈਨ ਬੋਰਡ ਵੀ ਲੱਗੇ ਨੇ। ਤਾਂ ਮੈਨੂੰ ਬੜੀ ਹੈਰਾਨੀ ਹੋਈ ਕਿ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲਿਆਂ ਨੂੰ ਹੀ ਨਹੀਂ ਪਤਾ, ਕਈਆਂ ਨੂੰ ਵੀ ਚੌਥੇ ਪਾਤਸ਼ਾਹ ਰਹੇ, ਪੰਜਮ ਪਾਤਸ਼ਾਹ ਰਹੇ, ਛੇਵੇਂ ਪਾਤਸ਼ਾਹ ਰਹੇ, ਨੌਵੇਂ ਪਾਤਸ਼ਾਹ ਰਹੇ, ਵੀ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਹੀ ਨਹੀਂ ਪਤਾ। ਖੈਰ ਦੇਖੋ ਕਿੰਨੇ ਪਾਤਸ਼ਾਹੀ ਉੱਥੇ ਰਹੀਆਂ, ਇਹਦੇ ਬਾਅਦ ਧਰਤੀ ਕਿਤਨੀ ਪਵਿੱਤਰ ਹੋਵੇਗੀ ਆਪ ਹੀ ਅੰਦਾਜ਼ਾ ਲਾ ਸਕਦੇ ਹਨ। ਇਸ ਲਈ ਜਿਹੜੇ ਵੀ ਅੰਮ੍ਰਿਤਸਰ ਜਾਣ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਨਾਲ ਹੀ ਗੁਰੂ ਕਾ ਬਾਜ਼ਾਰ ਹੈ, ਉਹਦੇ ਇੱਕ ਗਲੀ ਦੇ ਵਿੱਚ ਜਿਹੜਾ ਹੈ ਇਹ ਸਥਾਨ ਬਣਿਆ ਹੋਇਆ ਗੁਰੂ ਕੇ ਮਹਿਲ। 1629 ਈਸਵੀ ਵਿੱਚ, ਭਾਵ 8 ਸਾਲ ਬਾਅਦ, ਗੁਰੂ ਤੇਗ ਬਹਾਦਰ ਮਹਾਰਾਜ ਦੀ ਜਿਹੜੀ ਸ਼ਾਦੀ ਹੈ ਉਹ ਬੀਬੀ ਗੁਜਰੀ ਜੀ ਨਾਲ ਹੋ ਗਈ, ਜਿਹੜੇ ਬਾਅਦ 'ਚ ਮਾਤਾ ਗੁਜਰੀ ਜੀ ਕਰਕੇ ਪ੍ਰਸਿੱਧ ਹੋਏ। ਉਹਨਾਂ ਨਾਲ ਸ਼ਾਦੀ ਹੋ ਗਈ। 1630 ਈਸਵੀ ਦੇ ਵਿੱਚ ਛੇਵੇਂ ਪਾਤਸ਼ਾਹ ਨੇ ਫੈਸਲਾ ਕਰ ਲਿਆ ਕਿ ਸਾਰੇ ਪਰਿਵਾਰ ਨੇ ਕਰਤਾਰਪੁਰ ਸਾਹਿਬ ਰਹਿ ਜਾ ਕੇ ਰਿਹਾਇਸ਼ ਕਰਨੀ। ਜਲੰਧਰ ਜ਼ਿਲ੍ਹੇ 'ਚ ਕਰਤਾਰਪੁਰ ਹੈ, ਉੱਥੇ ਜਾ ਕੇ ਰਿਹਾਇਸ਼ ਕਰਨੀ। ਸਾਰਾ ਪਰਿਵਾਰ ਉੱਥੇ ਆ ਗਿਆ। ਨੌਵੇਂ ਪਾਤਸ਼ਾਹ ਵੀ ਉੱਥੇ ਪਰਿਵਾਰ ਨਾਲ ਆਉਣਾ ਹੀ ਆਉਣਾ ਸੀ, ਉਹ ਵੀ ਹੱਥ ਆ ਗਏ। ਛੇਵੇਂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਸਨ। ਜਿਹੜਾ ਕਹਿਲੂਰ ਦਾ ਰਾਜਾ ਸੀ ਦੀਪ ਚੰਦ, ਉਹਨੇ ਬੇਨਤੀ ਕੀਤੀ ਛੇਵੇਂ ਪਾਤਸ਼ਾਹ ਨੂੰ ਕਿ ਤੁਸੀਂ ਮੇਰੇ ਇਲਾਕੇ 'ਚ ਆ ਕੇ ਵਸੋ। ਇਸ ਲਈ ਛੇਵੇਂ ਪਾਤਸ਼ਾਹ ਨੇ ਬਾਬਾ ਗੁਰਦਿੱਤਾ ਜੀ ਆਪਣੇ ਵੱਡੇ ਸਾਹਿਬਜ਼ਾਦੇ ਦੀ ਡਿਊਟੀ ਲਾਤੀ ਕਿ ਤੁਸੀਂ ਕੀਰਤਪੁਰ ਸਾਹਿਬ ਨਗਰ ਵਸਾਓ। ਕੀਰਤਪੁਰ ਸਾਹਿਬ ਦੇ ਗੁਰੂ ਨਾਨਕ ਦੇਵ ਜੀ ਗਏ ਹੋਏ ਸਨ, ਉੱਥੇ ਨਗਰ ਵਸਾਓ। 4 ਸਾਲ ਕਰਤਾਰਪੁਰ ਰਹਿੰਦਿਆਂ ਹੋਇਆ ਸੀ। 1634 ਈਸਵੀ ਹੋ ਗਈ। ਜਿਹੜਾ ਆਪ ਜੀ ਦਾ ਬੜਾ ਪਿਆਰਾ ਫੌਜੀ ਜਰਨਲ ਪੈਂਦੇ ਖਾਂ ਸੀ, ਉਹ ਕਿਸੇ ਕਾਰਨ ਗੁਰੂ ਘਰ ਤੋਂ ਬੇਮੁਖ ਹੋ ਗਿਆ ਹੈ ਅਤੇ ਦੁਸ਼ਮਣਾਂ ਨਾਲ ਜਾ ਰਲਿਆ। ਉਹ ਲਾਹੌਰ ਦੇ ਨਵਾਬ ਕੋਲੇ ਗਿਆ, ਕਹਿੰਦੇ ਮੈਂ ਛੇਵੇਂ ਪਾਤਸ਼ਾਹ ਨਾਲ ਯੁੱਧ ਕਰਨਾ, ਮੈਨੂੰ ਫੌਜ ਦਿਓ। ਚਲੋ ਉਹਨੇ ਫੌਜ ਦੇ ਦਿੱਤੀ। ਗੁਰੂ ਮਹਾਰਾਜ ਨੂੰ ਪਤਾ ਲੱਗ ਗਿਆ ਵੀ ਆ ਰਹੇ ਨੇ, ਇਹਨਾਂ ਨੇ ਆਪਣੀ ਤਿਆਰੀ ਕਰ ਲਈ। ਉਸ ਵੇਲੇ ਗੁਰੂ ਤੇਗ ਬਹਾਦਰ ਜੀ ਮਹਾਰਾਜ 13 ਸਾਲ ਦੇ ਸਨ। ਲੜਾਈ ਸ਼ੁਰੂ ਹੋ ਗਈ ਹੈ। ਗੁਰੂ ਤੇਗ ਬਹਾਦਰ ਮਹਾਰਾਜ ਨੇ ਵੀ ਤੇਗ ਦੇ ਜੌਹਰ ਵਿਖਾਇਆ ਸੀ ਲੜਾਈ 'ਚ। ਅਤੇ ਛੇਵੇਂ ਪਾਤਸ਼ਾਹ ਕਹਿੰਦੇ ਮੇਰੇ ਪੁੱਤਰ ਦਾ ਜੋ ਨਾਂ ਹੈ ਨਾ, ਇਹ ਹੈ ਵੀ ਇਸੇ ਤਰ੍ਹਾਂ ਦੀ, ਨਾਮ ਤੇਗ ਬਹਾਦਰ ਹੈ, ਵੀ ਵਾਕਈ ਤੇਗ ਦਾ ਧੜੀਆਂ ਹੈ। ਪੈਂਦੇ ਖਾਂ ਮਾਰਿਆ ਗਿਆ, ਦੁਸ਼ਮਣ ਦੀ ਫੌਜ ਭੱਜੀ। ਇਹ ਛੇਵੇਂ ਪਾਤਸ਼ਾਹ ਨੇ ਮੁਗਲਾਂ ਨੇ 4 ਯੁੱਧ ਕੀਤੇ। ਇਹ ਆਖਰੀ ਯੁੱਧ ਸੀ 1634 ਦਾ ਕਰਤਾਰਪੁਰ ਦਾ। ਇੰਨੇ ਚਿਰ ਨੂੰ ਬਾਬਾ ਗੁਰਦਿੱਤਾ ਜੀ ਦਾ ਕੀਰਤਪੁਰ ਸਾਹਿਬ ਤੋਂ ਸੁਨੇਹਾ ਆ ਗਿਆ ਕਿ ਨਗਰ ਵਸ ਗਿਆ ਹੈ, ਵੀ ਆਪ ਜੀ ਇੱਥੇ ਆ ਜਾਓ।
ਛੇਵੇਂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਿਹਾ ਵੀ ਤੁਸੀਂ ਤੇ ਤੁਹਾਡੀ ਮਾਤਾ ਨਾਨਕੀ ਅਤੇ ਤੁਹਾਡੀ ਸਪਤਨੀ ਬੀਬੀ ਗੁਜਰੀ ਜੀ, ਤੁਸੀਂ ਤਿੰਨੋਂ ਜਿਹੜਾ ਹੈ ਬਕਾਲੇ ਚਲੇ ਜਾਓ। ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਮਾਤਾ ਦੇ ਪੇਕੇ ਸਨ ਬਕਾਲੇ, ਵੀ ਤੁਸੀਂ ਤਿੰਨੋਂ ਉੱਥੇ ਚਲੇ ਜਾਓ, ਅਸੀਂ ਕੀਰਤਪੁਰ ਸਾਹਿਬ ਬਾਕੀ ਚੱਲੇ ਹਾਂ। ਆਪ ਜੀ ਬਾਬਾ ਬਕਾਲੇ, ਬਾਬਾ ਦਾ ਫਿਰ ਬਾਅਦ 'ਚ ਨਾਮ ਲੱਗਾ, ਪਿੰਡ ਦਾ ਨਾਂ ਸੀ ਬਕਾਲਾ, ਕਿਉਂਕਿ ਜਿੰਨੇ ਵੀ ਧਾਰਮਿਕ ਸਾਡੇ ਥਾਨ ਜਿੱਥੇ ਗੁਰੂ ਮਹਾਰਾਜ ਕੋਈ ਸੰਤ ਮਹਾਤਮ ਬੈਠੇ ਉਹਨਾਂ ਦੇ ਨਾਲ ਸਾਹਿਬ ਲੱਗ ਜਾਂਦਾ, ਤਾਂ ਬਕਾਲੇ ਪਿੰਡ 'ਚ ਆ ਕੇ ਰਹਿਣ ਲੱਗ ਪਏ। ਉੱਥੇ ਆਪ ਜੀ ਨੇ ਕੁਝ ਸਮੇਂ ਬਾਅਦ ਭੋਰਾ ਪਟਵਾ ਲਿਆ ਹੈ। ਭੋਰੇ ਵਿੱਚ ਭਜਨ ਬੰਦਗੀ ਬੈਠ ਕੇ ਕਰਨੀ, ਦਿਨ ਰਾਤ ਕਰਨੀ ਸ਼ੁਰੂ ਕਰ ਦਿੱਤੀ ਹੈ। ਗੁਰੂ ਤੇਗ ਬਹਾਦਰ ਜੀ ਮਹਾਰਾਜ 30 ਸਾਲ ਬਕਾਲੇ ਰਹੇ। 1634 ਤੋਂ ਲੈ ਕੇ 1664 ਈਸਵੀ ਤੱਕ 30 ਸਾਲਾਂ ਦੇ ਵਿੱਚੋਂ ਪੌਣੇ 27 ਸਾਲ ਤਕਰੀਬਨ ਆਪ ਜੀ ਨੇ ਭੋਰੇ ਦੇ ਵਿੱਚ ਬੈਠ ਕੇ ਭਜਨ ਬੰਦਗੀ ਕੀਤੀ। ਹੁਣ ਤੇ ਉੱਤੋਂ ਢੱਕਦਾ ਨਾ, ਉੱਤੇ ਪ੍ਰਕਾਸ਼ ਕਰ ਦਿੱਤਾ ਹੈ। ਜਦੋਂ ਮੈਂ ਪਹਿਲੀ ਵਾਰੀ 1974 'ਚ ਗਿਆ ਬਾਬਾ ਬਕਾਲੇ, ਉਦੋਂ ਇਸ ਤਰ੍ਹਾਂ ਨਹੀਂ ਸੀ ਹੈਗਾ। ਭੋਰਾ ਸਾਹਿਬ ਦਰਸ਼ਨ ਕਰਾਉਂਦੇ ਸਨ ਅਤੇ ਮੈਂ ਜੇ ਅੰਦਰ ਗਿਆ ਹੇਠਾਂ, ਮੈਂ ਦੇਖਿਆ ਜੀ ਕੁੱਲ 5 ਫੁੱਟ ਬਾਈ 5 ਫੁੱਟ ਦਾ ਹੈ। ਵੀ ਤੇ ਗੁਰੂ ਮਹਾਰਾਜ ਲੱਤਾਂ ਸਿੱਧੀਆਂ ਕਰਕੇ ਸੌਂ ਹੀ ਨਹੀਂ ਸਕਦੇ ਹੁਣ ਇਸ ਦੇ ਵਿੱਚ, ਵੀ ਇਹ ਤਾਂ ਇੰਨਾ ਛੋਟਾ ਹੈ ਵੀ ਇਹ ਤਾਂ ਮਤਲਬ ਬੈਠੇ ਹੀ ਰਹਿੰਦੇ ਹੋਣਗੇ ਅਤੇ ਭਜਨ ਬੰਦਗੀ ਕਰਦੇ ਰਹਿੰਦੇ ਹੋਣਗੇ। ਖੈਰ 1664 ਈਸਵੀ ਦੇ ਵਿੱਚ ਸਿੱਖਾਂ ਦਾ ਇੱਕ ਵਪਾਰੀ ਸੀ, ਉਹਦਾ ਨਾਂ ਸੀ ਮੱਖਣ ਸ਼ਾਹ ਲਵਾਣਾ। ਉਹ ਇੰਟਰਨੈਸ਼ਨਲ ਵਪਾਰੀ ਸੀ, ਬਾਹਰਲੇ ਦੇਸ਼ਾਂ 'ਚ ਵਪਾਰ ਕਰਨ ਜਾਇਆ ਕਦੇ ਸਮੁੰਦਰੀ ਜਹਾਜ਼ ਰਾਹੀਂ। ਹੁਣ ਦੀ ਤਰ੍ਹਾਂ ਉਹਦਾ ਸਮੁੰਦਰੀ ਜਹਾਜ਼ ਨਹੀਂ ਸਨ ਹੁੰਦੇ, ਉਦੋਂ ਉਹਨਾਂ ਨੂੰ ਬਾਣ ਕਿਹਾ ਜਾਂਦਾ ਸੀ। ਇੰਨੀ ਤਰੱਕੀ ਅਜੇ ਨਹੀਂ ਸੀ ਕੀਤੀ ਜਹਾਜ਼ ਨੇ, ਪਰ ਲੈ ਕੇ ਸਮੁੰਦਰੀ ਜਹਾਜ਼ਾਂ ਦੇ ਵਿੱਚ ਸਮਾਨ ਬਾਹਰ ਜਾਇਆ ਕਰਦੇ ਸਨ। ਉਹ ਵਾਪਸ ਆ ਰਿਹਾ ਸੀ ਸਮਾਨ ਲੈ ਕੇ, ਅਜੇ ਕੰਢੇ ਤੋਂ ਦੂਰ ਹੈ, ਉਹਦਾ ਜਹਾਜ਼ ਕਿਸੇ ਕਾਰਨ ਰੇਤੇ 'ਚ ਫਸ ਗਿਆ। ਹੁਣ ਨਾ ਅੱਗੇ ਹੁੰਦਾ ਨਾ ਪਿੱਛੇ ਹੁੰਦਾ। ਜਿੰਨੇ ਵਿੱਚ ਕਰਮਚਾਰੀ ਸਨ ਸਾਰੇ ਨੇ ਜ਼ੋਰ ਲਾ ਕੇ ਦੇਖ ਲਿਆ, ਨਹੀਂ ਗੱਲ ਬਣਦੀ, ਕਿਉਂਕਿ ਸਾਡੀ ਆਦਤ ਹੈ ਪਹਿਲਾਂ ਅਸੀਂ ਆਪ ਜ਼ੋਰ ਲਾਉਂਦੇ ਹਾਂ। ਜਦੋਂ ਬੇਵੱਸ ਹੋ ਜਾਂਦੇ ਹਾਂ ਫਿਰ ਸਾਨੂੰ ਗੁਰੂ ਯਾਦ ਆਉਂਦਾ ਹੈ। ਜੇ ਅਸੀਂ ਕੰਮ ਹੀ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਕਰੀਏ ਤਾਂ ਫਿਰ ਸਾਨੂੰ ਉਸ ਦਾ ਇੰਨੀ ਦਿੱਕਤ ਨਾ ਆਵੇ। ਮਨੁੱਖ 'ਚ ਹਉਂ ਹੈ, ਇਹ ਹਉਂ ਜਾ ਕੇ ਕੰਮ ਕਰਦਾ ਹੈ। ਜਦੋਂ ਕੋਈ ਪੇਸ਼ ਨਹੀਂ ਗਈ, ਹੁਣ ਉਸ ਨੂੰ ਇਹ ਵੀ ਨਹੀਂ ਪਤਾ ਕਿ ਇਸ ਵੇਲੇ ਗੁਰੂ ਨਾਨਕ ਦੀ ਗੱਦੀ 'ਤੇ ਕੌਣ ਹੈ, ਕਿਉਂ ਪੁਰਾਣੇ ਜ਼ਮਾਨੇ ਕੋਈ ਅਖਬਾਰ ਨਾ ਕੋਈ ਰੇਡੀਓ, ਕੋਈ ਇਸ ਤਰ੍ਹਾਂ ਤਾਂ ਹੁੰਦਾ ਨਹੀਂ ਸੀ ਕੋਈ, ਅਤੇ ਉਹਨੇ ਬਾਹਰਲੇ ਦੇਸ਼ਾਂ 'ਚ ਸਮਾਨ ਲਿਆ ਕੇ ਵੇਚਣਾ ਅਤੇ ਇੱਥੇ ਲਿਜਾ ਕੇ ਬਾਹਰ ਚਲੇ ਜਾਣਾ। ਉਹਨੇ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਜੀ, ਜੋ ਵੀ ਇਸ ਵੇਲੇ ਗੁਰੂ ਨਾਨਕ ਦੀ ਗੱਦੀ 'ਤੇ ਹੋ, ਮੇਰਾ ਜਹਾਜ਼ ਫਸ ਗਿਆ ਹੈ, ਬਈ ਕਿਰਪਾ ਕਰੋ ਮੇਰਾ ਜਹਾਜ਼ ਬੰਨੇ ਲਾ ਦਿਓ। ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਫਿਰ ਮੈਂ ਆਪਣਾ ਸਮਾਨ ਵੇਚ ਕੇ 500 ਮੋਹਰਾਂ ਲੈ ਕੇ ਤੁਹਾਡੇ ਕੋਲ ਆਵਾਂਗਾ। ਗੁਰੂ ਮਹਾਰਾਜ ਨੇ ਕਿਰਪਾ ਕਰਤੀ, ਜਹਾਜ਼ ਚੱਲ ਪਿਆ, ਕਿਨਾਰੇ ਲੱਗ ਗਿਆ। ਸਮਾਨ ਸਮੂਨ ਵੇਚ ਕੇ ਦਿੱਲੀ ਆਇਆ। ਦਿੱਲੀਓਂ ਪਤਾ ਲੱਗਾ ਕਿ ਜਿਹੜੇ 8ਵੇਂ ਪਾਤਸ਼ਾਹ ਸਨ, ਉਹਨਾਂ ਨੇ ਹੁਣੇ ਸਰੀਰ ਤਿਆਗਿਆ। ਉਹ ਜਾਂਦਿਆਂ ਕਿਸੇ ਗੁਰੂ ਦਾ ਨਾਂ ਨਹੀਂ ਲੈ ਕੇ ਗਏ, ਇੰਨੀ ਕਿਹਾ ਅਗਲਾ ਗੁਰੂ ਬਾਬਾ ਬਕਾਲੇ, ਵੀ ਤੁਸੀਂ ਬਕਾਲੇ ਚਲੇ ਜਾਓ। ਮੱਖਣ ਸ਼ਾਹ ਲਵਾਣਾ ਬਕਾਲੇ ਆ ਗਿਆ ਹੈ। ਅੱਗੇ ਕੀ ਦੇਖਦਾ ਵੀ ਉੱਥੇ ਤੇ 22 ਗੁਰੂ ਬਣੇ ਬੈਠੇ ਨੇ।
ਜਦੋਂ ਸੋਢੀਆਂ ਨੂੰ ਪਤਾ ਲੱਗਾ ਨਾ ਵੀ ਸਿਰਫ ਇੰਨੇ ਹੀ ਕਿਹਾ ਬਾਬਾ ਬਕਾਲੇ, ਕਿਸੇ ਦਾ ਨਾਂ ਨਹੀਂ ਲਿਆ, ਉਹ ਵੀ ਕਹਿੰਦਾ ਮੈਂ ਵੀ ਗੁਰੂ, ਉਹ ਵੀ ਕਹਿੰਦਾ ਮੈਂ ਵੀ ਗੁਰੂ, ਆਪਣੇ ਮੰਜੀਆਂ ਢਾ ਕੇ ਬਹਿ ਗਏ। ਚੇਲੇ ਬਾਲ ਤਾਂ ਹੁੰਦੇ ਹੀ ਨੇ, ਮੁਖੀ ਜਿਹੜੇ ਹੁੰਦੇ ਨੇ ਚੇਲੇ ਬਾਲ ਕਿਹਦੇ ਨਾਲ ਹੁੰਦੇ ਨੇ, ਉਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰਤਾ, ਸਾਡਾ ਗੁਰੂ ਅਸਲੀ ਗੁਰੂ ਹੈ, ਕਹਿੰਦਾ ਸਾਡਾ ਅਸਲੀ। ਹਾਂਜੀ, ਹੁਣ ਆਮ ਸੰਗਤ ਨੂੰ ਪਤਾ ਨਹੀਂ ਲੱਗਦਾ ਵੀ ਇਹਨਾਂ 'ਚ ਅਸਲੀ ਕਿਹੜਾ, ਕੋਈ ਪਰਖ ਵਾਲਾ ਚਾਹੀਦਾ ਤਾਂ ਹੀ ਪਤਾ ਲੱਗਣਾ। ਹੁਣ ਜਿਹੜੇ ਵਪਾਰੀ ਤਬਕਾ ਹੁੰਦਾ ਇਹ ਸਿਆਣਾ ਤਬਕਾ, ਜਦੋਂ ਗਿਆ ਕਹਿੰਦਾ ਵੀ ਗੁਰੂ ਤੇ ਇੱਕ ਹੀ ਹੋਇਆ ਕਰਦੇ ਕੌਮ ਦਾ ਇੱਕ ਸਮੇਂ, ਇਹਦੇ ਭਾਈ ਨੇ, ਇਹਨੇ 21 ਤੇ ਜ਼ਰੂਰ ਝੂਠੇ ਨੇ। ਕਹਿੰਦੇ ਇਹਨਾਂ ਨੂੰ ਕਿਹੜਾ ਪਤਾ ਮੈਂ ਕਿੰਨੇ ਸੁਖੇ, ਕਿਸੇ ਨੂੰ ਮੇਰੇ ਤੋਂ ਬਿਨਾਂ ਕਿਸੇ ਨੂੰ ਪਤਾ ਹੀ ਨਹੀਂ ਮੈਂ ਕੀ ਸੁਖਣਾ ਸੁਖੀ ਹੈ। ਕਹਿੰਦਾ ਮੈਂ 2-2 ਮੋਹਰਾਂ ਰੱਖ ਕੇ ਦੇਖਦਾ, ਜਿਹੜਾ ਅਸਲੀ ਹੋਇਆ ਉਹ ਆਪੇ 500 ਮੰਗ ਲੂਗਾ। ਉਹ ਪਹਿਲੇ 2 ਮੋਹਰ ਧਰ ਕੇ ਮੱਥੇ ਰਹਿ ਕੇ ਜਿਉਂਦਾ ਰਹਿ, ਫਲਾਣਾ ਹੋਵੇ ਇਹ ਜੇ ਅਸੀਸਾਂ ਦਿੰਦੇ, ਮੰਗਤੇ ਵੀ ਅਸੀਸਾਂ ਦੇ ਦਿੰਦੇ, ਲੱਗੇ ਨਾ ਲੱਗੇ। ਬਾਈ ਦੇ ਭਾਈਆਂ ਨੇ ਐਂ ਕੀਤਾ। ਉਹ ਕਹਿੰਦਾ ਨਾ ਇਹਨਾਂ ਤੋਂ ਹੈ। ਲੋਕਾਂ ਨੂੰ ਪੁੱਛਦੇ ਵੀ ਤੇ ਕੋਈ ਹੋਰ ਵੀ ਸਾਧੂ ਹੈ? ਕਹਿੰਦੇ ਹਾਂ ਇੱਕ ਤੇਗਾ ਸਾਧੂ ਹੈ, ਭੋਰੇ 'ਚ ਰਹਿੰਦਾ, ਬਾਹਰ ਤੇ ਕਦੇ ਆਉਂਦਾ ਨਹੀਂ ਹੈਗਾ। ਪੁੱਛਦਾ ਪਛਾਂਦਾ ਉੱਥੇ ਚਲੇ ਗਏ ਤੇ ਪਤਾ ਲੱਗਾ ਵੀ ਉੱਥੇ ਭੋਰੇ 'ਚ ਨੇ। ਤੇ ਮਾਤਾ ਜੀ ਨੂੰ ਕਹਿੰਦਾ ਵੀ ਮੈਂ ਜਿਹੜਾ ਹੈ ਗੁਰੂ ਮਹਾਰਾਜ ਨੂੰ ਮਿਲਣਾ, ਇਸ ਤਰ੍ਹਾਂ ਮੈਂ ਵਪਾਰੀ ਹਾਂ, ਆਹ ਮੇਰਾ ਨਾਮ ਹੈ, ਮੈਂ ਏਡੀ ਦੂਰੋਂ ਆਇਆ। ਹੇਠਾਂ ਜਾ ਕੇ ਸੁਨੇਹਾ ਦਿੱਤਾ ਮਾਤਾ ਜੀ ਨੇ ਕਿ ਤੁਹਾਨੂੰ ਜਿਹੜਾ ਹੈ ਮੱਖਣ ਸ਼ਾਹ ਲਵਾਣਾ ਕੋਈ ਮਿਲਣਾ। ਕਹਿੰਦਾ ਭੇਜ ਦਿਓ ਉਸਨੂੰ। ਮੱਖਣ ਸ਼ਾਹ ਲਵਾਣਾ ਗਿਆ, 2 ਰੁਪਏ ਮੱਥਾ ਟੇਕਦਾ। ਗੁਰੂ ਮਹਾਰਾਜ ਕਹਿੰਦੇ ਵੀ ਮੱਖਣ ਸ਼ਾਹ ਜੀ, ਸਾਨੂੰ ਮਾਇਆ ਦਾ ਤਾਂ ਕੋਈ ਲਾਲਚ ਨਹੀਂ ਹੈਗਾ, ਪਰ ਤੂੰ ਤੇ 500 ਮੋਹਰਾਂ ਸੁਖੀਆਂ ਸੀ ਤੇ ਸਿਰਫ 2 ਹੀ ਟੇਕ ਰਹੇ। ਕਹਿੰਦਾ ਆ ਅਸਲੀ ਪਰਨਾ ਮੋਢੇ 'ਤੇ ਅਸੀਂ ਪੁਰਾਣੇ ਜ਼ਮਾਨੇ ਪਰਨਾ ਰੱਖਿਆ ਕਰਦੇ ਸਨ, ਪਰਨਾ ਮੋਢੇ 'ਤੇ ਅਸੀਂ ਕੋਠੇ 'ਤੇ ਚੜ੍ਹ ਗਏ, ਭੋਰੇ ਸਾਹਿਬ ਦੇ ਕੋਠੇ 'ਤੇ। ਕਦੇ ਗੁਰਲਾ ਦੋ ਰੇ ਐ ਕਹਿਣਾ ਸ਼ੁਰੂ ਕਰਤੇ। ਲੋਕ ਇਕੱਠੇ ਹੋ ਗਏ, ਉਹਨੇ ਸਾਰੀ ਗੱਲ ਪਬਲਿਕ ਨੂੰ ਦੱਸੀ ਤੇ ਫਿਰ ਜਿਹੜਾ ਪਬਲਿਕ ਜਿਹੜੀ ਹੈ ਉਹਨਾਂ ਨੇ ਗੁਰੂ ਨੂੰ ਪ੍ਰਗਟ ਕਰ ਲਿਆ। ਗੁਰੂ ਮਹਾਰਾਜ ਬਾਹਰ ਆ ਗਏ। ਜਦੋਂ ਬਾਈਆਂ ਨੂੰ ਪਤਾ ਲੱਗਾ ਵੀ ਉਹ ਅਸਲੀ ਗੁਰੂ ਤੇ ਪ੍ਰਗਟ ਹੋ ਗਿਆ, ਆਪਣੀ ਟਿੰਡ ਫੋੜੀ ਚੱਕ ਕੇ ਤੁਰ ਗਏ। ਚਲੋ ਗੁਰੂ ਮਹਾਰਾਜ ਪ੍ਰਗਟ ਹੋ ਗਏ। ਗੁਰੂ ਮਹਾਰਾਜ ਫਿਰ ਉੱਥੋਂ ਚੱਲ ਪਏ, ਅੱਡ ਪਿੰਡਾਂ 'ਚ ਹੁੰਦੇ ਹੋਏ ਪ੍ਰਚਾਰ ਕਰਦੇ ਕੀਰਤਪੁਰ ਸਾਹਿਬ ਪਹੁੰਚ ਗਏ। ਕੀਰਤਪੁਰ ਸਾਹਿਬ ਰਹੇ ਕਿਉਂਕਿ ਆਪ ਜੀ ਭੋਰੇ 'ਚ ਹੀ ਬਹੁਤਾ ਸਮਾਂ ਰਹਿੰਦੇ ਸੀ। ਕੀਰਤਪੁਰ ਸਾਹਿਬ ਜੇ ਤੁਸੀਂ ਜਾਓ ਤਾਂ ਗੁਰੂ ਤੇਗ ਬਹਾਦਰ ਵਾਸਤੇ ਭੋਰਾ ਸਾਹਿਬ ਬਣਿਆ ਹੋਇਆ, ਉੱਥੇ ਭਜਨ ਬੰਦਗੀ ਕਰਦੇ ਰਹੇ। ਪਰ ਨਾਲ ਉਹਨਾਂ ਸੋਚਿਆ ਵੀ ਇੱਕ ਨਵਾਂ ਨਗਰ ਵਸਾਈਏ। ਉਹਨਾਂ ਨੇ ਰਾਜਾ ਦੀਪ ਚੰਦ ਤੋਂ ਜ਼ਮੀਨ ਲੈ ਕੇ, ਮਾਖੋਵਾਲ ਪਿੰਡ ਹੁੰਦਾ ਸੀ ਜਿੱਥੇ ਅਜੇ ਨੂੰ ਅਨੰਦਪੁਰ ਸਾਹਿਬ ਜਿਹੜਾ ਹੈ, ਇੱਥੇ ਪਹਿਲਾਂ ਮਾਖੋਵਾਲ ਪਿੰਡ ਦੀ ਜ਼ਮੀਨ ਹੁੰਦੀ ਸੀ। ਸਾਰੇ ਪਿੰਡ ਦੀ ਜ਼ਮੀਨ ਨਵੇਂ ਪਾਤਸ਼ਾਹ ਨੇ ਉਹ ਰਾਜੇ ਤੋਂ ਖਰੀਦ ਲਈ ਹੈ ਅਤੇ ਇੱਥੇ ਨਗਰ ਵਸਾਉਣਾ ਸ਼ੁਰੂ ਕਰਤਾ ਅਤੇ 1665 ਈਸਵੀ ਦੇ ਵਿੱਚ ਇੱਥੇ ਆ ਗਏ ਅਨੰਦਪੁਰ ਸਾਹਿਬ। ਇੱਥੇ ਹੁਣ ਸ਼ਹਿਰ ਵਸ ਰਿਹਾ, ਕਿਤੇ ਖੂਹ ਲੱਗ ਰਹੇ ਨੇ, ਕਿਤੇ ਤਲਾਬ ਬਣ ਰਹੇ ਨੇ, ਕਿਤੇ ਸਰਾਵਾਂ ਬਣ ਰਹੀਆਂ ਨੇ, ਲੋਕ ਘਰ ਪਾ ਰਹੇ ਨੇ, ਗੁਰੂ ਬਾਰੇ ਲੰਗਰ ਹਾਲ ਬਣਾਏ ਨੇ, ਲੰਗਰ ਵਰਤਾਏ ਜਾ ਰਹੇ ਨੇ। ਰੋਪੜ ਦਾ ਪੀਰ ਮੌਲੇ ਸ਼ਾਹ ਸੀ, ਉਹ ਉੱਥੇ ਦੀ ਲੰਘਿਆ, ਕਹਿੰਦਾ ਚਲੋ ਮੇਲੀ ਚੱਲੀਏ। ਉਹ ਹੈ ਗੁਰੂ ਮਹਾਰਾਜ ਸਤਿਕਾਰ ਕੀਤਾ ਪੀਰ ਫਕੀਰ ਨੇ। ਉਹ ਕਹਿੰਦਾ ਜੀ ਤੁਸੀਂ ਤਾਂ ਫਕੀਰ ਹੋ ਅਤੇ ਫਕੀਰਾਂ ਦਾ ਕੰਮ ਆ ਥੋੜ੍ਹੇ ਜਿੰਨਾ ਤੁਸੀਂ ਆਡੰਬਰ ਕੀਤਾ ਹੋਇਆ। ਫਕੀਰ ਦਾ ਕੰਮ ਆਪਣਾ ਬੈਠ ਕੇ ਭਜਨ ਬੰਦਗੀ ਕਰੋ। ਤੁਸੀਂ ਇਹਨਾਂ ਬਿਲਡਿੰਗਾਂ ਤੋਂ ਅਤੇ ਆ ਲੰਗਰਾਂ ਤੋਂ ਅਤੇ ਇਹਨਾਂ ਚੀਜ਼ ਦਾ ਕੀ ਲੈਣਾ। ਕਹਿੰਦੇ ਪੀਰ ਜੀ ਤੁਸੀਂ ਲੰਗਰ ਪਾਣੀ ਛਕੋ, ਹੁਣ ਸ਼ਾਮ ਹੋ ਗਈ ਹੈ, ਤੁਸੀਂ ਰਾਤ ਇੱਥੇ ਰਹੋ, ਕੱਲ੍ਹ ਨੂੰ ਤੁਹਾਡੇ ਪ੍ਰਸ਼ਨ ਦਾ ਉੱਤਰ ਦੇਵਾਂਗੇ। ਚਲੋ ਪੀਰ ਨੇ ਲੰਗਰ ਪਾਣੀ ਛਕਿਆ, ਰਾਤ ਰਿਹਾ। ਰਾਤ ਨੂੰ ਸੁਪਨਾ ਆਉਂਦਾ ਮੌਲੇ ਸ਼ਾਹ ਨੂੰ।
ਮੌਲੇ ਸ਼ਾਹ ਨੂੰ ਸੁਪਨਾ ਆਉਂਦਾ, ਉਹ ਸਵਰਗ 'ਚ ਚਲਿਆ ਗਿਆ ਸੁਪਨੇ 'ਚ। ਅੱਗੇ ਇੱਕ ਬੰਦਾ ਹੈ, ਉਹਦਾ ਬੜਾ ਸਤਿਕਾਰ ਦੂਜੇ ਕਰ ਰਹੇ ਹਨ। ਉਹਨੇ ਸੋਚਿਆ ਇਹਨੇ ਬਹੁਤ ਭਜਨ ਬੰਦਗੀ ਮਾਤ ਲੋਕ 'ਚ ਕੀਤੀ ਹੋਣੀ, ਤਾਂ ਇੱਥੇ ਇੰਨਾ ਸਤਿਕਾਰ ਇਹਦਾ ਹੋ ਰਿਹਾ ਹੈ। ਉਹ ਉਹਦੇ ਕੋਲ ਚਲੇ ਗਏ, ਕਹਿੰਦੇ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਮਾਤ ਲੋਕ ਦੇ ਵਿੱਚ ਕਿੰਨੀ ਕੁ ਭਜਨ ਬੰਦਗੀ ਕੀਤੀ? ਉਹ ਕਹਿੰਦਾ ਭਰਾਵਾ ਮੈਂ ਤੇ ਭਜਨ ਬੰਦਗੀ ਕੀਤੀ ਨਹੀਂ। ਉਹ ਕਹਿੰਦੇ ਫਿਰ ਤੂੰ ਸਵਰਗ 'ਚ ਕਿਵੇਂ ਆ ਗਿਆ? ਕਹਿੰਦੇ ਸੁਣ, ਮੈਂ ਪਿਛਲੇ ਜਨਮ ਸੀ ਸ਼ੇਰ, ਗੁਫਾ ਪਹਾੜ ਦੀ ਗੁਫਾ 'ਚ ਰਹਿੰਦਾ ਹੁੰਦਾ ਸੀ। ਸਰਦੀਆਂ ਦਾ ਮੌਸਮ ਸੀ, ਉਧਰੋਂ ਬਰਫ਼ ਪੈਣ ਲੱਗੀ, ਨਾਲ ਕਣੀਆਂ ਪੈਣ ਲੱਗ ਪਈਆਂ। 2 ਸਾਧੂ ਮੇਰੀ ਗੁਫਾ ਦੇ ਅੰਦਰ ਆ ਗਏ ਵੀ ਇੱਥੇ ਅਸੀਂ ਅੰਦਰ ਵੜਾਂਗੇ, ਬਚਾਂਗੇ। ਅੰਦਰ ਮੈਂ ਬੈਠਾ ਸੀ, ਮੈਂ ਸੋਚਿਆ ਵੀ ਚਲੋ ਪ੍ਰਾਹੁਣੇ ਆਏ ਨੇ, ਵੀ ਇਹ ਤਾਂ ਬਾਹਰ ਠੰਡ ਨਾਲ ਮਰ ਜਾਣਗੇ, ਅਤੇ ਚਲੋ ਮੈਂ ਤਾਂ ਅਭਿਆਸੀ ਹਾਂ ਵੀ ਮੈਂ ਬਾਹਰ ਚਲੇ ਜਾਣਾ, ਇਹ ਅੰਦਰ ਰਹਿ ਲੈਣਗੇ ਰਾਤ ਨੂੰ। ਕਹਿੰਦਾ ਮੈਂ ਗੁਫਾ 'ਚ ਬਾਹਰ ਦੂਰ ਚਲੇ ਗਏ ਥੋੜ੍ਹਾ ਜਿਹਾ, ਉਹ ਕਹਿੰਦੇ ਉੱਥੇ ਠਹਿਰ ਗਏ, ਗੁਫਾ 'ਚ ਵੜ ਗਏ। ਬਾਹਰ ਕਦੀ ਇੰਨੀ ਠੰਡ ਪਈ ਕਿ ਮੈਂ ਜੰਮ ਗਿਆ ਠੰਡ 'ਚ, ਅਤੇ ਉੱਥੇ ਹੀ ਮਰ ਗਿਆ। ਮੈਂ ਸਿੱਧੇ ਹੀ ਕਹਿੰਦਾ ਸਵਰਗ 'ਚ ਆ ਗਿਆ। ਸਿਰਫ ਉਹਨਾਂ ਨੂੰ ਥਾਂ ਦੇਣ ਕਰਕੇ ਵੀ ਉਹ ਮਰ ਨਾ ਜਾਣ, ਵਿਚਾਰੇ ਮੇਰੀ ਘਰ 'ਚ ਰਹਿ ਲੈਣ। ਪੀਰ ਦੀ ਨੀਂਦ ਟੁੱਟ ਗਈ ਹੈ। ਦਿਨ ਚੜ੍ਹਿਆ, ਗੁਰੂ ਮਹਾਰਾਜ ਮਿਲਣ ਆਇਆ। ਹਾਂ, ਗੁਰੂ ਮਹਾਰਾਜ ਕਹਿੰਦੇ ਤੁਹਾਡੇ ਪ੍ਰਸ਼ਨ ਦਾ ਉੱਤਰ ਦਈਏ? ਕਹਿ ਜੀ ਮਿਲ ਗਿਆ। ਕਹਿੰਦੇ ਕਿਵੇਂ ਮਿਲ ਗਿਆ? ਉਹਨੇ ਸਾਰੀ ਵਾਰਦਾਤ ਦੱਸੀ। ਕਹਿੰਦੇ ਦੇਖੋ, ਇੱਕ ਸ਼ੇਰ ਹੈ, ਉਸ ਨੇ ਲੋੜਵੰਦ 2 ਸਾਧੂਆਂ ਨੂੰ ਰਿਹਾਇਸ਼ ਦਿੱਤੀ, ਰਹਿਣ ਨੂੰ ਥਾਂ ਦਿੱਤੀ। ਤੁਸੀਂ ਵੀ ਕਿੰਨਿਆਂ ਨੂੰ ਰਹਿਣ ਨੂੰ ਥਾਂ ਦਿੰਦੇ ਹੋ, ਲੰਗਰ ਪਾਣੀ ਦਿੰਦੇ ਹੋ, ਸਭ ਕੁਛ ਕਰਦੇ ਹੋ, ਤੁਸੀਂ ਬਹੁਤ ਵਧੀਆ ਕਰ ਰਹੇ ਹੋ। ਫਿਰ ਮੌਲਾ ਸ਼ਾਹ ਚਲੇ ਗਏ। ਗੁਰੂ ਮਹਾਰਾਜ ਸੋਚਿਆ ਵੀ ਧਰਮ ਦਾ ਪ੍ਰਚਾਰ ਕਰੀਏ। ਉਹਨਾਂ ਨੇ ਆਪਣਾ ਪਰਿਵਾਰ ਲਿਆ, ਨਾਲ ਕੁਝ ਸਿੱਖ ਲਏ, ਪ੍ਰਚਾਰ 'ਤੇ ਤੁਰ ਪਏ। ਪ੍ਰਚਾਰ ਕਰਦੇ ਕਰਦੇ ਉਹ ਮੌੜ ਮੰਡੀ, ਮੌੜ ਇੱਕ ਸ਼ਹਿਰ ਹੈ ਮੌੜ ਮੰਡੀ, ਉਹਦੇ ਨਾਲ ਪਿੰਡ ਹੈ ਮੌੜ। ਉੱਥੇ ਛੋਟੇ ਮੌੜ, ਵੱਡੇ ਮੌੜ ਅਤੇ ਮੌੜ, ਕਿ ਮੈਂ ਮੌੜ ਮੰਡੀ ਪੜ੍ਹਿਆ ਹੋਇਆ, ਇਸ ਲਈ ਮੈਨੂੰ ਪਤਾ ਸੀ। ਸਿਰਫ ਮੌੜ 'ਚ ਮੈਂ ਰਹਿੰਦਾ ਸੀ, ਪਰ ਮੈਨੂੰ ਇਤਿਹਾਸ ਬਾਰੇ ਕੋਈ ਗਿਆਨ ਨਹੀਂ ਸੀ ਵੀ ਇੱਥੇ ਕੀ ਇਤਿਹਾਸ ਹੈ ਇਸ ਦਾ। ਚਲੋ ਰਹਿ ਗਏ। ਤਾਂ ਗੁਰੂ ਮਹਾਰਾਜ ਜਦੋਂ ਮੌੜ ਪਿੰਡ ਆਏ ਤਾਂ ਲੋਕ ਕਹਿੰਦੇ ਜੀ ਵੀ ਆਹ ਜਿਹੜਾ ਜੰਡ ਦਾ ਦਰਖਤ ਹੈ ਨਾ, ਠੀਕ ਰਾਤ ਨੂੰ 12 ਵਜੇ ਇੱਥੇ ਭੂਤ ਹੀ ਭੂਤ ਆ ਜਾਂਦੇ ਨੇ ਅਤੇ ਪਿੰਡ ਵਾਸੀ ਨੂੰ ਤੰਗ ਕਰਦੇ ਨੇ, ਸਾਨੂੰ ਸੌਣ ਨਹੀਂ ਦਿੰਦੇ, ਅਸੀਂ ਬੜੇ ਦੁਖੀ ਹਾਂ ਜੀ। ਕਹਿੰਦੇ ਕੋਈ ਨਹੀਂ, ਭਜਾ ਦਿੰਦੇ ਹਾਂ। ਕਿ ਤੁਸੀਂ ਐਂ ਕਰੋ, ਰੋਟੀ ਪਾਣੀ ਖਾ ਕੇ ਨਾ ਰਾਤ ਨੂੰ ਵਿਹਲੇ ਹੋ ਕੇ ਸਾਰੇ ਇੱਥੇ ਆ ਜਾਓ। ਚਲੋ ਗੁਰੂ ਮਹਾਰਾਜ ਸੇਵਕ ਲਾ ਕੇ ਸਫਾਈ ਕਰਾਤੀ, ਬੈਠਣ ਥਾਂ ਸਾਫ ਸੁਥਰਾ ਜੇ ਬਿਠਾ ਲਿਓ ਉੱਥੇ। ਕਹਿੰਦੇ ਸਿਮਰਨ ਸ਼ੁਰੂ ਕਰ ਦਿਓ। ਗੁਰੂ ਮਹਾਰਾਜ ਸਤਿਨਾਮ ਵਾਹਿਗੁਰੂ ਜੀ ਪਾਉਣਾ ਸ਼ੁਰੂ ਕਰਤਾ। ਜਦੋਂ ਰਾਤ ਦੇ 12 ਵਜੇ ਨਾ, ਵਾਕਈ ਉਹ ਤਾਂ ਭੂਤ ਪ੍ਰੇਤ ਆ ਗਏ ਝੁੰਡ ਬਣਾ ਕੇ, ਪਰ ਅੱਗੇ ਤਾਂ ਸਿਮਰਨ ਹੋ ਰਿਹਾ ਹੈ। ਉਹਨਾਂ ਦੀ ਪੇਸ਼ ਨਹੀਂ ਗਈ, ਰੌਲਾ ਰੂਲਾ ਪਾਉਂਦੇ ਹੋਏ ਉਹ ਉੱਥੋਂ ਭੱਜ ਗਏ। ਅਤੇ ਗੁਰੂ ਮਹਾਰਾਜ ਕਹਿੰਦੇ ਭਾਈ ਤੁਸੀਂ ਨਾਮ ਜਪਿਆ ਕਰੋ। ਨਾਮ ਦੇ ਵਿੱਚ ਦੇਖੋ ਇੰਨੀ ਤਾਕਤ ਹੈ ਕਿ ਭੱਜ ਗਏ ਨਾ ਭੂਤ ਪ੍ਰੇਤ। ਕਹਿੰਦੇ ਨਾਮ ਜਪਿਆ ਕਰੋ। ਇਹ ਤਾਂ ਭੂਤ ਪ੍ਰੇਤ ਸਨ। ਨਾਮ ਦੇ ਅੱਗੇ ਤਾਂ ਧਰਮ ਰਾਜ ਵੀ ਡਰ ਜਾਏ, ਜਮ ਰਾਜ ਵੀ ਡਰ ਜਾਂਦਾ। ਉਹ ਵੀ ਕਿਸੇ ਨੂੰ ਕੁਛ ਨਹੀਂ ਕਹਿੰਦੇ ਜਿਹੜਾ ਨਾਮ ਜਪਣ ਵਾਲਾ ਹੈ। ਸੋ ਨਾਮ ਜਪਣ ਲਾਇਆ ਲੋਕਾਂ ਨੂੰ। ਅਸੀਂ ਵੀ ਰੋਜ਼ ਇਹੀ ਕਹਿੰਦੇ ਭਾਈ ਨਾਮ ਜਪਿਆ ਕਰੋ, ਨਾਮ 'ਚ ਬਾਣੀ 'ਚ ਬੜੀ ਤਾਕਤ ਹੈ, ਇਹਦਾ ਲਾਭ ਉਠਾਓ। ਗੁਰੂ ਮਹਾਰਾਜ ਸਾਨੂੰ ਇੰਨੀ ਜ਼ਬਰਦਸਤ ਚੀਜ਼ ਲਿਆ ਕੇ ਦਿੱਤੀ ਹੈ ਸੱਚਖੰਡ ਤੋਂ, ਸਾਨੂੰ ਤਾਂ ਫਾਇਦਾ ਉਠਾਉਣਾ ਚਾਹੀਦਾ। ਖੈਰ ਅੱਗੇ ਚਲੇ ਗਏ। ਹਰਿਆਣੇ 'ਚ ਇੱਕ ਪੈਂਦਾ ਜਗ੍ਹਾ ਧਮਧਾਨ ਸਾਹਿਬ, ਉੱਥੇ ਚਲੇ ਗਏ। ਵੱਡਾ ਸਾਰਾ ਪਿੰਡ ਸੀ, ਬਾਹਰ ਆਪਣੇ ਟੈਂਟ ਲਾ ਲਏ, ਕਿ ਉਹ ਸਾਰਾ ਕੋਈ ਨਾਲ ਹੀ ਲੈ ਕੇ ਗਿਆ ਸੀ। ਟੈਂਟ ਲਾ ਲਏ,
ਉੱਥੋਂ ਜਿਹੜਾ ਚੌਧਰੀ ਸੀ, ਉਹਦਾ ਨਾਂ ਸੀ ਦੱਗੋ। ਉਹ ਆਏ ਗਏ ਸਾਧੂਆਂ ਦੀ ਬੜੀ ਸੇਵਾ ਕਰਦਾ ਸੀ, ਅਤੇ ਸੇਵਾ ਦੁੱਧ ਨਾਲ ਕਰਿਆ ਕਰਦੇ। ਬਹੁਤ ਸਾਰੀ ਮੱਝਾਂ ਮੁੱਝਾਂ ਰੱਖੀਆਂ ਹੋਈਆਂ ਸਨ। ਜਦੋਂ ਉਹਨੂੰ ਪਤਾ ਲੱਗਾ, ਉਹਨੂੰ ਕੋਈ ਪਤਾ ਨਹੀਂ ਇਹ ਗੁਰੂ ਤੇਗ ਬਹਾਦਰ ਨੇ, ਇਹ ਕੋਈ ਨਹੀਂ ਪਤਾ। ਉਹਨੇ ਕਿਹਾ ਕੋਈ ਸਾਧੂ ਹੈ ਬੜਾ ਵੱਡਾ, ਜਿਹਦੇ ਨਾਲ ਇੰਨੀ ਹੋਰ ਸੰਗਤ ਵੀ ਹੈ। ਉਹਨੇ ਆਪਣੇ ਨੌਕਰਾਂ ਨੂੰ ਕਿਹਾ ਵੀ ਗਾਗਰਾਂ ਭਰੋ ਦੁੱਧ ਦੀਆਂ, ਅਤੇ ਚਲੋ ਉੱਥੇ ਲੈ ਚੱਲੀਏ, ਸਾਧੂ ਨੂੰ ਛਕਾਈਏ। ਗੁਰੂ ਤੇਗ ਬਹਾਦਰ ਜੀ ਮਹਾਰਾਜ ਅੱਗੇ ਲਿਆ ਕੇ ਦੁੱਧ ਦੀਆਂ ਗਾਗਰਾਂ ਰੱਖਦੀਆਂ। ਕਹਿੰਦੇ ਜੀ ਮੇਰਾ ਨਾਂ ਦੱਗੋ ਹੈ, ਮੈਂ ਇਸ ਪਿੰਡ ਦਾ ਚੌਧਰੀ ਹਾਂ। ਜਦੋਂ ਮੇਰੇ ਪਿੰਡ 'ਚ ਕੋਈ ਸਾਧੂ ਆਉਂਦਾ ਹੈ, ਮੈਂ ਬੜੇ ਪਿਆਰ ਨਾਲ ਉਹ ਦੁੱਧ ਨਾਲ ਉਹਨਾਂ ਦੀ ਸੇਵਾ ਕਰਦਾ, ਅਤੇ ਆਪ ਜੀ ਵੀ ਦੁੱਧ ਛਕੋ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਭਾਈ ਅਸੀਂ ਨਹੀਂ ਦੁੱਧ ਪੀਣਾ। ਕਹਿੰਦੇ ਮਹਾਰਾਜ ਜੀ ਕੀ ਗੱਲ ਹੈ, ਤੁਸੀਂ ਦੁੱਧ ਪੀਂਦੇ ਨਹੀਂ? ਕਿ ਨਹੀਂ ਅਸੀਂ ਦੁੱਧ ਤਾਂ ਪੀਂਦੇ ਹਾਂ, ਪਰ ਤੇਰਾ ਦੁੱਧ ਨਹੀਂ ਪੀਣਾ। ਕਹਿੰਦਾ ਮਹਾਰਾਜ ਜੀ ਕੀ ਕਾਰਨ, ਪਤਾ ਤਾਂ ਮੈਨੂੰ ਲੱਗੇ। ਕਹਿੰਦੇ ਦੱਗੋ ਜੇ ਸੱਚ ਬੋਲਿਆ ਮੈਂ ਤੈਨੂੰ ਤਕਲੀਫ ਹੋਵੇਗੀ। ਕਹਿੰਦੇ ਨਹੀਂ ਜੀ ਦੱਸੋ ਸੱਚੋ ਸੱਚ ਵੀ ਤੁਸੀਂ ਕਿਉਂ ਨਹੀਂ ਪੀਂਦੇ ਮੇਰਾ ਦੁੱਧ। ਕਹਿੰਦੇ ਤੂੰ ਨਾ ਚੋਰੀ ਦੀਆਂ ਮੱਝਾਂ ਰੱਖੀਆਂ ਹੋਈਆਂ, ਇਹ ਚੋਰੀ ਦੀਆਂ ਮੱਝਾਂ ਦਾ ਦੁੱਧ ਹੈ। ਤੂੰ ਕੀ ਕਰਦਾ, ਤੇਰੀ ਸਰਕਾਰੇ ਦਰਬਾਰੇ ਚੱਲਦੀ ਹੈ, ਤੂੰ ਆਪਣੇ ਗੁੰਡੇ ਰੱਖੇ ਹੋਏ ਨੇ, ਹੁਣ ਜਿੱਥੇ ਕੋਈ ਚੱਜ ਦੀ ਮੱਝ ਹੁੰਦੀ ਹੈ ਦੁੱਧ ਦੇਣ ਵਾਲੀ, ਤੂੰ ਤੇਰੇ ਬੰਦੇ ਚੋਰੀ ਕਰ ਲਿਆਉਂਦੇ ਨੇ। ਅਗਲਾ ਡਰਦਾ ਥਾਣੇ ਨਹੀਂ ਜਾਂਦਾ, ਪੁਲਿਸ ਵੀ ਇਹਦੀ ਤਾਂ ਪਹਿਲੀ ਚੱਲਦੀ ਹੈ, ਸਾਡੀ ਕਿਹਨੇ ਸੁਣਨੀ ਹੈ। ਇਹ ਸਾਰੀਆਂ ਜਿਹੜੀ ਤੂੰ ਮੱਝਾਂ ਰੱਖੀਆਂ ਹੋਈਆਂ ਹਨ, ਇਹ ਸਭ ਚੋਰੀ ਦੀਆਂ ਨੇ, ਅਤੇ ਅਸੀਂ ਚੋਰੀ ਦੀਆਂ ਮੱਝਾਂ ਦਾ ਦੁੱਧ ਨਹੀਂ ਪੀਂਦੇ। ਰੋਣ ਲੱਗ ਪਿਆ। ਪਤਾ ਲੱਗ ਗਿਆ ਅੱਜ ਅਸਲ ਸਾਧੂ ਆਇਆ। ਚਲੋ ਮੁਆਫੀਆਂ ਮੰਗਦਾ ਹੈ। ਗੁਰੂ ਮਹਾਰਾਜ ਕਹਿੰਦੇ ਵੀ ਇੱਕ ਗੱਲ ਤੇ ਮੁਆਫੀ ਮਿਲੇਗੀ, ਜਿੰਨੀਆਂ ਚੋਰੀ ਦੀਆਂ ਮੱਝਾਂ ਸਾਰਿਆਂ ਦੇ ਸੰਗਲ ਖੋਲ੍ਹ ਦੇ, ਉਹਨਾਂ ਦੇ ਬੱਚਿਆਂ ਦੇ ਵੀ ਅਤੇ ਉਹਨਾਂ ਦੇ ਵੀ, ਕੱਟੀਆਂ ਦੇ ਵੀ ਖੋਲ੍ਹ ਦੇ, ਉਹਨਾਂ ਦੇ ਵੀ ਖੋਲ੍ਹ। ਇਹ ਪਸ਼ੂਆਂ ਨੂੰ ਗਿਆਨ ਹੁੰਦਾ, ਆਪੇ ਪਹਿਲੇ ਘਰਾਂ 'ਚ ਚਲੀ ਜਾਣਗੇ। ਤੂੰ ਇੱਕ ਵਾਰੀ ਇਹਨਾਂ ਨੂੰ ਪਿੰਡੋਂ ਬਾਹਰ ਕੱਢ ਦੇ। ਆਪਣੇ ਨੌਕਰ ਨਾਲ ਲਾਏ ਸਾਰੇ ਡੰਗਰ ਖੋਲ੍ਹ ਕੇ ਪਿੰਡੋਂ ਬਾਹਰ ਛੱਡਿਆ, ਫਿਰ ਆ ਗਏ। ਮਹਾਰਾਜ ਜੀ ਮੇਰੇ ਘਰ ਚਰਨ ਪਾਓ। ਚਲੋ ਗੁਰੂ ਮਹਾਰਾਜ ਜੀ ਗਏ, ਉਹਨੂੰ ਇਹ ਚੋਰੀਆਂ ਚਾਰੀਆਂ ਛਡਾ ਕੇ ਭਜਨ ਬੰਦਗੀ ਵਾਲੇ ਪਾਸੇ ਲਾ ਲਿਆ। ਐਂ ਗੁਰੂ ਮਹਾਰਾਜ ਯੂਪੀ ਤੋਂ ਹੁੰਦੇ ਹੋਏ ਬਿਹਾਰ ਨੂੰ ਚਲੇ ਗਏ। ਬਿਹਾਰ ਦੇ ਵਿੱਚ ਇੱਕ ਜਗ੍ਹਾ ਹੈ ਗਇਆ, ਬਹੁਤ ਵੱਡਾ ਸ਼ਹਿਰ ਹੈ। ਉਹ ਗਇਆ ਸ਼ਹਿਰ ਦੇ ਵਿੱਚੋਂ ਫਲਗੂ ਨਦੀ ਲੰਘਦੀ ਹੈ, ਨਦੀ ਦਾ ਨਾਮ ਫਲਗੂ। ਉਹ ਸ਼ਹਿਰ ਦੇ ਬਿਲਕੁਲ ਵਿਚਾਲੇ ਲੰਘਦੀ ਹੈ। ਉੱਥੇ ਇੱਕ ਘਾਟ ਹੈ, ਫਲਗੂ ਘਾਟ ਉਹਨੂੰ ਕਹਿੰਦੇ। ਜਿਨ੍ਹਾਂ ਦੇ ਵੱਡੇ ਵਡੇਰੇ ਭਰ ਜਾਂਦੇ ਨੇ, ਉਹ ਲੋਕ ਜਾ ਕੇ ਉੱਥੇ ਪਾਂਡਿਆਂ ਤੋਂ ਗਤੀ ਕਰਵਾਉਂਦੇ ਨੇ। ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਬਹੁਤ ਵੱਡਾ ਕੋਈ ਸਾਧੂ ਆਇਆ ਹੈ, ਬੜੇ ਨਾਲ ਲੋਕ ਨੇ, ਹਾਥੀ ਕੋਲ ਨੇ, ਘੋੜੇ ਨੇ, ਵੀ ਤਾਂ ਬਹੁਤ ਅਮੀਰ ਨੇ। ਜਿਹੜਾ ਮੁਖੀਆ ਪੰਡਤ ਸੀ ਸ਼ਰਨ ਦਾਸ, ਉਹ ਗੁਰੂ ਮਹਾਰਾਜ ਕੋਲ ਗਿਆ। ਕਹਿੰਦਾ ਜੀ ਆਪਣੇ ਵੱਡੇ ਵਡੇਰਿਆਂ ਦੀ ਨਾ ਗਤੀ ਕਰਵਾ ਲਓ। ਗੁਰੂ ਮਹਾਰਾਜ ਕਹਿੰਦੇ ਸਾਡੇ ਵੱਡੇ ਵਡੇਰੇ ਤਾਂ ਸੱਚਖੰਡ 'ਚ ਬੈਠੇ ਨੇ, ਉਹਨੂੰ ਕਿਸੇ ਗਤੀ ਦੀ ਲੋੜ ਨਹੀਂ। ਕਈ ਤੁਹਾਨੂੰ ਕੀ ਪਤਾ ਸੱਚਖੰਡ 'ਚ ਬੈਠੇ ਨੇ? ਕਹਿੰਦੇ ਸਾਨੂੰ ਪਤਾ ਨਹੀਂ ਜੀ। ਕਹੇ ਤੁਸੀਂ ਐਵੇਂ ਹੀ ਕਹਿੰਦੇ, ਆਓ ਗਤੀ ਕਰਾ ਲਓ। ਕਹਿੰਦੇ ਸ਼ਰਨ ਦਾਸ ਤੇਰਾ ਪਿਤਾ ਅਤੇ ਦਾਦਾ ਮਰ ਗਿਆ ਨਾ? ਕਹਿੰਦਾ ਹਾਂਜੀ। ਤੈਨੂੰ ਕੀ ਪਤਾ ਕਿੱਥੇ ਨੇ ਉਹ? ਕਹਿੰਦਾ ਜੀ ਮੈਂ ਤਾਂ ਉਹਨਾਂ ਦੇ ਬਾਅਦ 'ਚ ਮੰਤਰ ਪੜ੍ਹਦੇ ਸਨ, ਉਹ ਤਾਂ ਕਿਸੇ ਅੱਛੀ ਜੂਨੀ 'ਚ ਹੋਣਗੇ। ਗੁਰੂ ਮਹਾਰਾਜ ਕਹਿੰਦੇ ਉਹਨਾਂ ਦੀ ਗਤੀ ਨਹੀਂ ਹੋਈ। ਕਿ ਤੁਹਾਨੂੰ ਕੀ ਪਤਾ? ਕਹਿੰਦੇ ਤੈਨੂੰ ਦਿਖਾ ਦਿੰਦੇ। ਕਿ ਤੇਰਾ ਬਾਪ ਅਤੇ ਤੇਰਾ ਦਾਦਾ ਬਘਿਆੜ ਬਣੇ ਹੋਏ ਨੇ। ਹੁਣ ਤਾਂ ਉਹ ਤਾਂ ਹੋਰ ਨਾਰਾਜ਼ ਹੋ ਗਿਆ। ਗੁਰੂ ਮਹਾਰਾਜ ਕਹਿੰਦੇ ਕੋਈ ਨਹੀਂ। ਗੁਰੂ ਮਹਾਰਾਜ ਸੋਟੀ ਉਹਦੇ ਸਿਰ 'ਤੇ ਰੱਖਦੀ। ਕੀ ਦੇਖਦਾ? ਦੋ ਬਘਿਆੜ ਜੰਗਲ 'ਚ ਨੇ। ਕਹਿ ਜੀ ਬਘਿਆੜ ਤਾਂ ਹੈਗੇ, ਮੈਨੂੰ ਕਿਵੇਂ ਪਤਾ ਲੱਗੇ ਮੇਰਾ ਦਾਦਾ ਅਤੇ ਬਾਪ ਹੈ? ਉਹਨੇ ਫਿਰ ਕਿਰਪਾ ਕੀਤੀ, ਉਹ ਬਘਿਆੜਾਂ ਤੋਂ
ਮਨੁੱਖ ਬਣ ਗਏ। ਉਹ ਬਾਬਾ ਤੇ ਉਹਨੇ ਪਹਿਚਾਣ ਲਿਆ ਵੀ ਤਾਂ ਪਿਤਾ ਹੈ ਤੇ ਤਾਂ ਮੇਰਾ ਦਾਦਾ ਹੈ। ਉਹ ਕਹਿੰਦੇ ਵੀ ਸ਼ਰਨਦਾਸ, ਸਾਡੀ ਗਤੀ ਕੋਈ ਨਹੀਂ ਹੋਈ, ਅਸੀਂ ਤਾਂ ਜਿਉਂਦੇ ਮਰਿਆਂ ਬਘਿਆੜ ਬਣੇ ਹੋਏ ਹਾਂ। ਫਿਰ ਕਹਿੰਦੇ ਕੀ ਕਰਾਂ? ਕਹਿੰਦੇ ਗੁਰੂ ਮਹਾਰਾਜ ਆਏ ਨੇ, ਇਹ ਗੁਰੂ ਨਾਨਕ ਦੀ ਗੱਦੀ ਤੇ ਨਵੇਂ ਪਾਤਸ਼ਾਹ, ਇਹਨਾਂ ਨੂੰ ਕਹੋ ਮੇਰੇ 'ਤੇ ਕਿਰਪਾ ਕਰਨ। ਫਿਰ ਪੰਡਿਤ ਕਹਿੰਦਾ ਜੀ ਕਿਰਪਾ ਕਰੋ ਮੇਰੇ ਬਾਪ ਤੇ ਦਾਦੇ 'ਤੇ। ਗੁਰੂ ਮਹਾਰਾਜ ਫਿਰ ਕਿਰਪਾ ਕੀਤੀ, ਬਘਿਆੜ ਜੂਨੀ 'ਚੋਂ ਕੱਢਿਆ। ਐਂ ਚੱਲਦੇ ਚੱਲਦੇ ਪਰਿਵਾਰ ਸਮੇਤ ਨਾਲ ਸਿੱਖ ਸਨ, ਅੱਡ ਅੱਡ ਥਾਵਾਂ 'ਤੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਗਏ। ਪ੍ਰਚਾਰ ਕਰਦੇ ਕਰਦੇ ਉਹ ਪਟਨਾ ਸਾਹਿਬ ਪਹੁੰਚ ਗਏ। ਪਟਨਾ ਸਾਹਿਬ ਗੁਰੂ ਨਾਨਕ ਦੇਵ ਜੀ ਸਾਲਸਰਾਏ ਜੌਹਰੀ ਕੋਲੇ ਗਏ ਸਨ। ਸਾਲਸਰਾਏ ਜੌਹਰੀ ਬਹੁਤ ਵੱਡਾ ਜੌਹਰੀ ਸੀ, ਪਟਨਾ ਸ਼ਹਿਰ ਦਾ ਸੁਨਿਆਰ। ਉਹਦਾ ਬਹੁਤ ਵੱਡਾ ਘਰ ਸੀ। ਉਹਨੇ ਗੁਰੂ ਮਹਾਰਾਜ ਤੋਂ ਪ੍ਰਭਾਵਿਤ ਹੋ ਕੇ ਆਪਣੇ ਅੱਧੇ ਘਰ ਨੂੰ ਧਰਮਸ਼ਾਲਾ ਬਣਾਤਾ। ਉਹਦੇ ਨਾਲ ਗੁਰਦੁਆਰਿਆਂ ਨੂੰ ਧਰਮਸ਼ਾਲਾ ਕਿਹਾ ਕਰਦੇ ਸੀ। ਅੱਧੇ ਨੂੰ ਧਰਮਸ਼ਾਲਾ ਬਣਾਤਾ ਹੈ ਅਤੇ ਉੱਥੇ ਜਿਹੜਾ ਸਵੇਰੇ ਸ਼ਾਮ ਸਤ ਸੰਗਤ ਹੁੰਦੀ। ਉਸੇ ਧਰਮਸ਼ਾਲਾ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਪਹੁੰਚੇ ਨੇ ਪਰਿਵਾਰ ਸਮੇਤ। ਮਾਤਾ ਗੁਜਰੀ ਜੀ, ਇਹਨਾਂ ਦੇ ਘਰ ਬੱਚਾ ਹੋਣ ਵਾਲਾ ਹੈ, ਇਸ ਲਈ ਪਰਿਵਾਰ ਨੂੰ ਇੱਥੇ ਪਟਨਾ ਸਾਹਿਬ ਹੀ ਛੱਡ ਕੇ, ਜਿੱਥੇ ਅੱਜ ਕੱਲ੍ਹ ਪਟਨਾ ਸਾਹਿਬ ਤਖਤ ਬਣਿਆ ਹੋਇਆ ਹੈ, ਉੱਥੇ ਰਿਹਾਇਸ਼ ਸੀ। ਉੱਥੇ ਛੱਡ ਕੇ ਪਰਿਵਾਰ ਨੂੰ ਆਪ ਜੀ ਅਸਾਮ ਬੰਗਾਲ ਵੱਲ ਨੂੰ ਪ੍ਰਚਾਰ ਕਰਨ ਚਲੇ ਗਏ। ਉੱਥੇ ਅਸਾਮ ਬੰਗਾਲ 'ਚ ਪ੍ਰਚਾਰ ਕਰੇ ਸਨ। ਆਪ ਜੀ ਨੂੰ ਸੁਨੇਹਾ ਪਹੁੰਚਿਆ ਕਿ ਤੁਹਾਡੇ ਘਰ ਸਪੁੱਤਰ ਹੋਇਆ 1666 ਈਸਵੀ ਦਸੰਬਰ 'ਚ। ਆਪ ਜੀ ਨੇ ਸਾਡੇ ਵਾਂਗੂ ਤੁਰੰਤ ਵਾਪਸ ਨਹੀਂ ਆ ਗਏ। ਅਸੀਂ ਤਾਂ ਹੁੰਦੇ ਖੁਸ਼ੀ ਹੁੰਦੀ ਬੜੀ, ਵੀ ਪਤਾ ਹੀ ਨਹੀਂ ਕਿੰਨੇ ਸਾਲਾਂ ਬਾਅਦ। ਦੇਖੋ 1629 ਈਸਵੀ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਾਦੀ ਹੋਈ 29, ਅਤੇ 66 ਦੇ ਵਿੱਚ ਜਾ ਕੇ 37 ਸਾਲ ਬਾਅਦ, 29 ਜੀ ਇੱਕ ਸਾਲ ਜਿਹੜੇ 30 ਹੋ ਗਿਆ ਅਤੇ 66 ਉਹ 37 ਵਿਆਹ ਤੋਂ 37 ਸਾਲ ਬਾਅਦ ਜਿਹੜਾ ਸਪੁੱਤਰ ਹੋਇਆ, ਕਿੰਨੀ ਖੁਸ਼ੀ ਹੋਈ ਹੋਣੀ। ਪਰ ਨਹੀਂ, ਜਿਹੜੇ ਮਹਾਨ ਰੂਹਾਂ ਹੁੰਦੀਆਂ ਨਾ, ਇਹ ਸਾਡੇ ਵਾਂਗੂ ਭੱਜ ਨਹੀਂ ਲੈਂਦੀਆਂ ਵੀ ਛੱਡੋ ਵਿੱਚ ਪ੍ਰਚਾਰ ਪਹੁੰਚੇ ਪੁੱਤਰ ਹੋਇਆ 37 ਸਾਲਾਂ ਬਾਅਦ। ਉੱਥੇ ਭੇਜਤਾ ਵੀ ਉਹਦਾ ਨਾਮ ਗੋਬਿੰਦ ਰਾਏ ਰੱਖਣ। ਸੋ ਦਸਮ ਪਾਤਸ਼ਾਹ ਦਾ ਪਹਿਲਾ ਨਾਮ ਗੋਬਿੰਦ ਰਾਏ ਸੀ। ਇਹ ਤਾਂ 1699 ਦੀ ਵਿਸਾਖੀ ਤੋਂ ਬਾਅਦ ਫਿਰ ਗੋਬਿੰਦ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਬਣੇ। ਖੈਰ, ਜਦੋਂ ਉੱਥੇ ਪ੍ਰਚਾਰ ਕਰ ਉਸ ਇਲਾਕੇ 'ਚ ਔਰੰਗਜ਼ੇਬ ਦਾ ਰਾਜ ਉਹਨੇ ਜਿਹਨੂੰ ਸਾਰੇ ਹਿੰਦੁਸਤਾਨ 'ਚ ਹੋ ਚੁੱਕਾ ਸੀ। 1671 ਈਸਵੀ ਦੇ ਵਿੱਚ ਔਰੰਗਜ਼ੇਬ ਨੇ ਫਰਮਾਨ ਜਾਰੀ ਕਰ ਦਿੱਤਾ ਕਿ ਕੋਈ ਵੀ ਹਿੰਦੂ ਤਿਲਕ ਨਹੀਂ ਲਾਵੇਗਾ, ਕੋਈ ਹਿੰਦੂ ਜਨੇਊ ਨਹੀਂ ਪਾਏਗਾ, ਕੋਈ ਹਿੰਦੂ ਘੋੜੇ 'ਤੇ ਨਹੀਂ ਚੜ੍ਹੇਗਾ, ਕੋਈ ਹਿੰਦੂ ਹਥਿਆਰ ਨਹੀਂ ਰੱਖ ਸਕਦਾ, ਕੋਈ ਹਿੰਦੂ ਨਵਾਂ ਮੰਦਰ ਨਹੀਂ ਬਣਾ ਸਕਦਾ। ਇਹਨਾਂ 'ਤੇ ਜਜ਼ੀਆ ਟੈਕਸ ਲਾਤੇ ਅਤੇ ਜਿਹੜੇ ਵੱਡੇ ਵੱਡੇ ਮੰਦਰ ਸਨ ਉਹਨੂੰ ਢਾਹ ਦੇਣ ਦਾ ਹੁਕਮ ਦਿੱਤਾ। ਗੁਰੂ ਮਹਾਰਾਜ ਸੋਚਿਆ ਵੀ ਸਮਾਂ ਮਾੜਾ ਆ ਰਿਹਾ ਹੈ, ਲੋਕਾਂ ਦੇ ਤਾਂ ਬਹੁਤ ਜ਼ਿਆਦਾ ਜ਼ੁਲਮ ਹੋਣੇ ਨੇ। ਇਸ ਲਈ ਗੁਰੂ ਮਹਾਰਾਜ ਜੀ ਉੱਥੋਂ ਵਾਪਸ ਪਟਨਾ ਸਾਹਿਬ ਆ ਗਏ। ਕੁਝ ਦਿਨ ਆਪਣੇ ਪਰਿਵਾਰ ਕੋਲ ਰਹਿ ਕੇ ਆਪ ਜੀ ਵਾਪਸ ਅਨੰਦਪੁਰ ਸਾਹਿਬ ਆ ਗਏ। ਮਗਰ ਕੁਝ ਸਮੇਂ ਬਾਅਦ ਪਰਿਵਾਰ ਨੂੰ ਸੁਨੇਹਾ ਭੇਜਿਆ ਵੀ ਤੁਸੀਂ ਵੀ ਅਨੰਦਪੁਰ ਸਾਹਿਬ ਆ ਜਾਓ। ਬਾਕੀ ਸਾਰਾ ਪਰਿਵਾਰ ਵੀ ਅਨੰਦਪੁਰ ਸਾਹਿਬ ਆ ਗਏ। ਚਲੋ, ਇੱਥੇ ਰਹਿੰਦੇ ਹੋਏ ਆ ਧਰਮ ਦਾ ਪ੍ਰਚਾਰ ਕਰਦੇ ਰਹੇ ਅਤੇ ਉਹਨਾਂ ਨੂੰ ਪਤਾ ਸੀ ਇਹ ਜ਼ਾਲਮ ਰਾਜਾ ਹੈ, ਇਹਨੇ ਲੋਕਾਂ 'ਤੇ ਜ਼ੁਲਮ ਕਰਨਾ ਹੀ ਕਰਨਾ ਹੈ। ਤਾਂ ਉਹਨਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰਤਾ, ਪੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਉਣ, ਕਿ ਭਾਈ ਨਾ ਕਿਸੇ ਨੂੰ ਡਰਾਉਣਾ ਨਾ ਕਿਸੇ ਤੋਂ ਡਰਨਾ। ਡਰ ਕੇ ਧਰਮ ਨਹੀਂ ਬਦਲਣਾ, ਡਰ ਕੇ ਆਪਣੇ ਅਸੂਲ ਨਹੀਂ ਛੱਡਣੇ। ਮਰ ਜਾਣਾ ਕਬੂਲ ਹੈ,
ਡਰਨਾ ਨਹੀਂ ਹੈਗਾ, ਨਾ ਡਰਾਉਣੇ ਨਾ ਡਰਨਾ। ਬਾਕੀ ਆ ਜਿਹੜੇ ਤੁਸੀਂ ਵਹਿਮਾਂ ਭਰਮਾਂ 'ਚ ਪਏ ਹੋਏ, ਇਹਨਾਂ ਨੂੰ ਛੱਡੋ। ਤੁਸੀਂ ਜਿਹੜੇ ਆ ਫਜ਼ੂਲ ਦੀਆਂ ਤੁਸੀਂ ਧਾਰਮਿਕ ਰਸਮਾਂ ਕਰਦੇ ਹੋ, ਇਹਨਾਂ ਫਜ਼ੂਲ ਛੱਡੋ। ਸਿੱਧਾ ਤੁਸੀਂ ਪਰਮਾਤਮਾ ਦਾ ਨਾਮ ਲਓ, ਆਪਣੇ ਦਸਾਂ ਨੂੰ ਦੀ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਵਹਿਮਾਂ ਭਰਮਾਂ ਤੋਂ ਉੱਪਰ ਹੋ, ਨਾ ਡਰੋ ਨਾ ਡਰਾਓ, ਮਿੱਠਾ ਬੋਲੋ। ਇਸ ਤਰ੍ਹਾਂ ਪ੍ਰਚਾਰ ਕਰਦੇ ਰਹੋ। 1675 ਸਨ ਆ ਗਿਆ, ਮਾਰਚ ਦਾ ਮਹੀਨਾ। ਉਦੋਂ ਫਿਰ ਜਿਹੜਾ ਹੈ, ਇਹ ਸਾਰੇ ਰਾਜਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਨੂੰ ਜਾਗਰਤ ਪੜ੍ਹਿਆਂ ਲਿਖਿਆ ਨੇ ਕਰਨਾ। ਪੜ੍ਹਿਆਂ ਲਿਖਿਆ ਨੇ ਲੋਕਾਂ ਨੂੰ ਜਾਗਰਤ ਕਰਨਾ ਹੈ, ਪੜ੍ਹਿਆਂ ਲਿਖਿਆ ਨੂੰ ਆਪਣੇ ਹੱਕ 'ਚ ਕਰ ਲਓ। ਨਹੀਂ ਹੁੰਦੇ ਤਾਂ ਇਹਨਾਂ 'ਤੇ ਸਖਤਾਈ ਕਰੋ। ਹੁਣ ਵੀ ਸਾਡੇ ਵੱਡੇ ਵੱਡੇ ਵਿਦਵਾਨ ਜਿਹੜੇ ਨੇ, ਕਈ ਸੈਂਟਰ ਗੌਰਮੈਂਟ ਨੇ ਫੜ ਕੇ ਅੰਦਰ ਕੀਤੇ ਹੋਏ ਨੇ, ਉਹਨੇ ਜ਼ਮਾਨਤ ਨਹੀਂ ਹੋਣ ਦਿੰਦੇ ਉਹਨਾਂ ਦੀ। ਆਲਾ ਕੋਲ 80-80 ਸਾਲਾਂ ਦੇ ਨੇ ਵੀ ਹਾਂ, ਇਹ ਕਿਉਂ ਅਖਬਾਰਾਂ 'ਚ ਲਿਖਦੇ ਨੇ ਸਰਕਾਰ ਦੇ ਵਿਰੁੱਧ, ਇਹਨਾਂ ਫੜ ਕੇ ਅੰਦਰ ਕਰ ਦਿਓ ਵੀ ਉਹ 'ਚ ਤਾਂ ਮੰਨਦੇ ਨਹੀਂ ਹੈਗੇ। ਔਰੰਗਜ਼ੇਬ ਨੂੰ ਪਤਾ ਸੀ ਜਿਹੜੇ ਵਿਦਵਾਨ ਲੋਕ ਨੇ ਉਹ ਨੇ ਪੰਡਤ, ਅਤੇ ਸਭ ਤੋਂ ਵੱਧ ਵਿਦਵਾਨ ਲੋਕ ਰਹਿੰਦੇ ਨੇ ਕਸ਼ਮੀਰ 'ਚ। ਇਸ ਲਈ ਉੱਥੇ ਫਿਰ ਜ਼ਿਆਦਾ ਜ਼ੁਲਮ ਸ਼ੁਰੂ ਹੋ ਗਿਆ ਪੰਡਤਾਂ 'ਤੇ ਵੀ ਇਹਨਾਂ ਨੇ ਅੱਗੇ ਜਾਗਰਤ ਕਰਨਾ, ਇਹ ਪੜ੍ਹੇ ਲਿਖੇ ਲੋਕ ਨੇ। ਜੇ ਪਹਿਲਾਂ ਆਰਾਮ ਨਾਲ ਕਿਹਾ ਤੁਸੀਂ ਮੁਸਲਮਾਨ ਬਣ ਜਾਓ, ਕਈਆਂ ਨੂੰ ਲਾਲਚ ਦਿੱਤਾ, ਉਹ ਬਣ ਗਏ। ਜਿਹੜੇ ਨਹੀਂ ਸਨ ਬਣਦੇ, ਉਹਨਾਂ ਨੂੰ ਫਿਰ ਕਤਲ ਕਰਨਾ ਸ਼ੁਰੂ ਕਰਤਾ। ਤਾਂ ਕਿਰਪਾ ਰਾਮ ਪੰਡਤ ਸੀ ਮੁਖੀਆ, ਉਹ ਬੜੇ ਦੁਖੀ ਹੋ ਗਏ ਵੀ ਕੀ ਕੀਤਾ ਜਾਵੇ। ਕਸ਼ਮੀਰ 'ਚ ਅਮਰਨਾਥ ਦੀ ਗੁਫਾ ਹੈ, ਜਿੱਥੇ ਸ਼ਿਵਜੀ ਮਹਾਰਾਜ ਸ਼ਿਵਲਿੰਗ ਬਣਦਾ ਹੈ। ਉਹ ਕਹਿੰਦੇ ਵੀ ਚਲੋ ਉੱਥੇ ਜਾ ਕੇ ਅਰਦਾਸ ਕਰਦੇ। ਉਹਨੇ ਅਰਦਾਸ ਕੀਤੀ ਵੀ ਸ਼ਿਵਜੀ ਮਹਾਰਾਜ ਸਾਡੀ ਕੋਈ ਸਹਾਇਤਾ ਕਰੋ। ਉਹ ਆਕਾਸ਼ਬਾਣੀ ਹੋਈ ਕਿ ਤੁਹਾਡੀ ਸਹਾਇਤਾ ਕਰੇਗਾ ਗੁਰੂ ਨਾਨਕ ਦੇਵ ਥਾਂ 'ਤੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਅਨੰਦਪੁਰ ਸਾਹਿਬ 'ਚ ਰਹਿੰਦੇ ਨੇ, ਉਹ ਤੁਹਾਡੀ ਸਹਾਇਤਾ ਕਰਨਗੇ, ਤੁਸੀਂ ਉਹਨਾਂ ਕੋਲ ਜਾਓ। ਸੋ ਪੰਡਿਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਪੰਡਤਾਂ ਦਾ ਡੈਪੂਟੇਸ਼ਨ ਅਨੰਦਪੁਰ ਸਾਹਿਬ ਆਇਆ। ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਮਰ 9 ਸਾਲ ਸੀ। ਉਹ ਆ ਕੇ ਜਿਹੜੀ ਉਹਨਾਂ ਸਾਰ ਸੰਗਤ ਵੀ ਬੈਠੀ ਸੀ, ਗੁਰੂ ਮਹਾਰਾਜ ਬੈਠੇ ਸੀ, ਉਹਨਾਂ ਆਪਣੇ ਆ ਕੇ ਸਾਰੀ ਵਿਥਿਆ ਦੱਸੀ। ਨਾਲੇ ਰੋ ਰਹੇ ਨੇ ਵਿਚਾਰੇ। ਦੁਖੀ ਬੰਦਾ ਜਦੋਂ ਵਿਥਿਆ ਦੱਸਦਾ, ਮੈਂ ਦੇਖਿਆ ਰੋਂਦਾ। ਆ ਮੇਰੇ ਕੋਲ ਕਈ ਅਰਦਾਸ ਕਰਾਉਣ ਕਈ ਬਹੁਤ ਦੁਖੀ ਹੁੰਦੇ ਨੇ, ਬੀਬੀਆਂ ਭਾਈ ਰੋਣ ਲੱਗਦੇ ਵਿਚਾਰੇ, ਰੋ ਰਹੇ ਨੇ, ਨਾਲੇ ਆਪਣਾ ਦੁੱਖ ਦੱਸ ਰਹੇ ਨੇ, ਗੁਰੂ ਮਹਾਰਾਜ ਦਾ ਹੱਲ ਸੋਚ ਰਹੇ ਨੇ ਵੀ ਕੀ ਕੀਤਾ ਜਾਵੇ। ਇੰਨੇ ਚਿਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਹਰੋਂ ਅੰਦਰ ਆ ਗਏ ਨੇ। ਦੇਖਦੇ ਨੇ ਪਿਤਾ ਜੀ ਗੰਭੀਰ ਨੇ ਅਤੇ ਪੰਡਿਤ ਰੋ ਰਹੇ ਨੇ। ਕਹਿੰਦੇ ਪਿਤਾ ਜੀ ਵੀ ਕੀ ਗੱਲ ਹੋ ਗਈ? ਉਹਨਾਂ ਸਾਰਾ ਦੱਸਿਆ ਵੀ ਇਸ ਤਰ੍ਹਾਂ ਔਰੰਗਜ਼ੇਬ ਇਹਨਾਂ 'ਤੇ ਜ਼ੁਲਮ ਕਰਦਾ ਹੈ, ਇਹਨਾਂ ਨੂੰ ਧੱਕੇ ਨਾਲ ਹਿੰਦੂ ਬਣਾਉਂਦਾ ਹੈ, ਇਹਨਾਂ ਦੇ ਜਨੇਊ 'ਤੇ ਤਿਲਕ ਲਾਹੇ ਜਾ ਰਹੇ ਨੇ, ਇਹ 'ਤੇ ਜਜ਼ੀਆ ਟੈਕਸ ਇਹਨਾਂ 'ਤੇ ਲਾ ਦਿੱਤਾ ਹੈ, ਹੋਰ ਕਈ ਬੰਦਸ਼ਾਂ ਲਾਤੀਆਂ ਨੇ, ਧੱਕੇ ਨਾਲ ਮੁਸਲਮਾਨ ਬਣਾ ਰਿਹਾ ਹੈ। ਗੋਬਿੰਦ ਰਾਏ ਜੀ ਕਹਿੰਦੇ ਵੀ ਪਿਤਾ ਜੀ ਦਾ ਕੀ ਹੱਲ ਹੈ? ਕਹਿੰਦੇ ਵੀ ਕਿਸੇ ਮਹਾਨ ਆਤਮਾ ਨੂੰ ਸ਼ਹੀਦੀ ਦੇਣੀ ਪੈਣੀ। ਅਤੇ ਦੇਖੋ 9 ਸਾਲ ਦਾ ਬੱਚਾ ਕਹਿ ਰਿਹਾ ਪਿਤਾ ਜੀ ਤੁਹਾਡੇ ਤੋਂ ਵੱਧ ਮਹਾਨ ਆਤਮਾ ਹੋਰ ਕਿਹੜੀ ਹੈ ਇੱਥੇ, ਅਤੇ ਤੁਸੀਂ ਹੀ ਜਾ ਕੇ ਸ਼ਹੀਦੀ ਦਿਓ। ਤਾਂ 9ਵੇਂ ਪਾਤਸ਼ਾਹ ਨੇ ਸੋਚਿਆ ਮੇਰਾ ਮੁੰਡਾ ਹੁਣ ਮਗਰ ਜ਼ਿੰਮੇਵਾਰੀ ਸਾਂਭਣ ਦੇ ਯੋਗ ਹੈ ਅਤੇ ਨਾਲੇ ਨਿਡਰ ਵੀ ਹੈ। ਦੇਖੋ 9 ਸਾਲ ਦਾ ਬੱਚਾ ਪਿਤਾ ਨੂੰ ਸ਼ਹੀਦੀ ਦੇਣ ਲਈ ਤੋਰ ਰਿਹਾ ਹੈ। ਇਹੀ ਕਾਰਨ ਹੈ ਕਿ ਜਦੋਂ ਆਪ ਪਿਤਾ ਬਣ ਗਏ ਫਿਰ ਆਪਣੇ ਬੱਚਿਆਂ ਨੂੰ ਸ਼ਹੀਦੀ ਲਈ ਤੋਰਦੇ ਨੇ। ਪਹਿਲਾਂ ਆਪਣੇ ਪਿਤਾ ਨੂੰ ਤੋਰਿਆ। ਤਾਂ ਗੁਰੂ ਤੇਗ ਬਹਾਦਰ ਮਹਾਰਾਜ ਪੰਡਤਾਂ ਨੂੰ ਕਹਿੰਦੇ ਵੀ ਐਂ ਕਰੋ, ਤੁਸੀਂ ਲਿਖੋ ਚਿੱਠੀ ਔਰੰਗਜ਼ੇਬ ਦੇ ਨਾਂ 'ਤੇ
ਕਿ ਸਾਡਾ ਗੁਰੂ ਹੈ ਗੁਰੂ ਤੇਗ ਬਹਾਦਰ ਜੀ। ਅਗਰ ਉਹ ਮੁਸਲਮਾਨ ਹੋ ਜਾਂਦੇ ਨੇ ਤਾਂ ਅਸੀਂ ਸਾਰੇ ਆਪਣੇ ਆਪ ਹੀ ਮੁਸਲਮਾਨ ਹੋ ਜਾਵਾਂਗੇ। ਇਹ ਕਦੇ ਤੁਸੀਂ ਚਿੱਠੀ ਲਿਖ ਕੇ ਭੇਜ ਦਿਓ, ਤੁਹਾਡਾ ਉੱਥੋਂ ਖਹਿੜਾ ਛੁੱਟ ਜਾਏਗਾ। ਅਸੀਂ ਜਾਣੀ ਤਾਂ ਸਾਡਾ ਕੰਮ ਜਾਣਾ। ਚਲੋ ਜੀ, ਉਹਨਾਂ ਨੇ ਜਾ ਕੇ ਚਿੱਠੀ ਲਿਖੀ, ਉੱਥੋਂ ਜਿਹੜਾ ਗਵਰਨਰ ਸੀ ਕਸ਼ਮੀਰ ਦਾ ਉਹਨੂੰ ਦੇ ਦਿੱਤੀ। ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪਤਾ ਸੀ ਕਿ ਸਾਨੂੰ ਸ਼ਹੀਦ ਹੋਣਾ ਹੀ ਹੋਣਾ ਪੈਣਾ, ਇਸ ਲਈ ਉਹ ਆਪ ਹੀ ਦਿੱਲੀ ਨੂੰ ਚੱਲ ਪਏ। ਅਪ੍ਰੈਲ ਦੇ ਵਿੱਚ 1675 ਦੇ ਵਿੱਚ ਉਹ ਦਿੱਲੀ ਨੂੰ ਚੱਲ ਪਏ। ਨਾਲ 5 ਸਿੱਖ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਉਦੋ, ਭਾਈ ਜੈਤਾ, ਨਾਲ 5 ਸਿੱਖ ਨੇ। ਥਾਂ ਥਾਂ 'ਤੇ ਪ੍ਰਚਾਰ ਕਰਦੇ ਜਾਂਦੇ ਨੇ। ਇੰਨੇ 'ਚ ਨੂੰ ਔਰੰਗਜ਼ੇਬ ਨੂੰ ਚਿੱਠੀ ਪਹੁੰਚ ਗਈ ਹੈ। ਔਰੰਗਜ਼ੇਬ ਨੇ ਹੁਕਮ ਜਾਰੀ ਕਰਤਾ ਵੀ ਜਿੱਥੇ ਵੀ ਸਿੱਖਾਂ ਦਾ ਨਵਾਂ ਗੁਰੂ ਤੇਗ ਬਹਾਦਰ ਮਿਲਦਾ ਉਹਨੂੰ ਫੜ ਕੇ ਮੇਰੇ ਪੇਸ਼ ਕਰੋ। ਇੰਨੇ 'ਚ ਨੂੰ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਤੇ 5 ਸਿੱਖ ਆਗਰੇ ਪਹੁੰਚ ਚੁੱਕੇ ਸਨ। ਗੁਰੂ ਮਹਾਰਾਜ ਨੂੰ ਪਤਾ ਲੱਗੇ ਵੀ ਇਸ ਤਰ੍ਹਾਂ ਐਲਾਨ ਹੋ ਗਿਆ ਹੈ। ਉਹ 5 ਨੂੰ ਕਹਿੰਦੇ, ਦੇਖੋ ਭਾਈ, ਅਸੀਂ ਤਾਂ ਹੁਣ ਸ਼ਹੀਦ ਹੋਣਾ ਹੀ ਹੋਣਾ। ਕਿਉਂ? ਉਹਨੇ ਜੋ ਸਾਨੂੰ ਗਲਤ ਗੱਲ ਕਹਿਣੀ ਉਹ ਅਸੀਂ ਮੰਨਣੀ ਨਹੀਂ ਹੈ, ਇਸ ਲਈ ਅਸੀਂ ਤਾਂ ਸ਼ਹੀਦ ਹੋਣਾ। ਉਹਨਾਂ ਨੇ ਸਾਡਾ ਗਲ ਵੱਢ ਕੇ ਸਾਨੂੰ ਸ਼ਹੀਦ ਕਰਨਾ। ਭਾਈ ਉਦੋਂ ਨੂੰ ਤੇ ਭਾਈ ਜੈਤਾ ਨੂੰ ਕਹਿੰਦੇ ਵੀ ਤੁਸੀਂ ਤਾਂ ਹੁਣੇ ਹੀ ਦਿੱਲੀ ਚਲੇ ਜਾਓ, ਉੱਥੇ ਮੁਸਲਮਾਨੀ ਭੇਸ ਵਿੱਚ ਤੁਸੀਂ ਦਿੱਲੀ ਰਹਿਣਾ। ਜਦੋਂ ਸਾਡੀ ਸ਼ਹੀਦੀ ਹੋ ਜਾਏ ਤਾਂ ਸਾਡਾ ਸਰੀਰ ਰੁਲਣਾ ਨਹੀਂ ਚਾਹੀਦਾ, ਕਿਸੇ ਨਾ ਕਿਸੇ ਤਰ੍ਹਾਂ ਨੂੰ ਸਾਂਭ ਲੈਣਾ। ਚਲੋ, ਉਹ ਤੇ ਦੋਨੋਂ ਦਿੱਲੀ ਨੂੰ ਤੁਰਦੇ, ਭਾਈ ਉਦੋਂ ਤੇ ਭਾਈ ਜੈਤਾ ਜੀ। ਬਾਕੀ 3 ਰਹਿ ਗਏ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ। ਇਹਨੇ 'ਚ ਨੂੰ ਜਿਹੜਾ ਹੈ ਪੁਲਿਸ ਵਾਲੇ ਆ ਗਏ ਨੇ, ਉਹਨਾਂ ਨੇ ਇਹਨਾਂ ਸਾਰਿਆਂ ਨੂੰ ਫੜ ਕੇ ਦਿੱਲੀ ਲੈ ਗਏ ਨੇ। ਔਰੰਗਜ਼ੇਬ ਨੂੰ ਦੱਸਿਆ ਵੀ ਅਸੀਂ ਫੜ ਲਿਆ। ਉਹਨੇ ਕਿਹਾ ਕੈਦ ਕਰ ਲਓ। ਔਰੰਗਜ਼ੇਬ ਨੇ ਆਪਣੇ ਦਰਬਾਰ 'ਚ ਸੱਦਿਆ ਨਵੇਂ ਪਾਤਸ਼ਾਹ ਨੂੰ, ਕਹਿੰਦੇ ਵੀ ਤੁਸੀਂ ਹਿੰਦੂ ਨਹੀਂ, ਤੁਸੀਂ ਮੰਦਰਾਂ ਨੂੰ ਨਹੀਂ ਮੰਨਦੇ, ਤੁਸੀਂ ਜਨੇਊ ਨਹੀਂ ਪਾਉਂਦੇ, ਤੁਸੀਂ ਕੋਈ ਤਿਲਕ ਨਹੀਂ ਲਾਉਂਦੇ, ਤੁਸੀਂ ਕੋਈ ਗਊ ਨੂੰ ਨਹੀਂ ਪੂਜਦੇ। ਜਦੋਂ ਤੁਸੀਂ ਹਿੰਦੂ ਹੀ ਨਹੀਂ ਤਾਂ ਤੁਸੀਂ ਹਿੰਦੂਆਂ ਦੀ ਸਹਾਇਤਾ ਕਿਉਂ ਕਰਦੇ ਹੋ? ਉਹ ਕਹਿੰਦੇ, ਰਾਜਨ, ਗੱਲ ਹਿੰਦੂ ਦੀ ਅਤੇ ਮੁਸਲਮਾਨ ਦੀ ਨਹੀਂ, ਗੱਲ ਤਾਂ ਬੇਇਨਸਾਫੀ ਦੀ ਹੈ। ਤੁਸੀਂ ਬੇਇਨਸਾਫੀ ਕਰਨੀ ਬੰਦ ਕਰ ਦਿਓ, ਆਪੇ ਸਭ ਕੁਝ ਠੀਕ ਹੋ ਜਾਏਗਾ। ਤੁਸੀਂ ਬੇਇਨਸਾਫੀ ਕਰਦੇ ਹੋ, ਅਸੀਂ ਤੁਹਾਡੀ ਬੇਇਨਸਾਫੀ ਦੇ ਵਿਰੁੱਧ ਹਾਂ। ਇਹਨਾਂ ਨਾਲ ਬੇਇਨਸਾਫੀ ਹੋ ਰਹੀ ਹੈ ਤਾਂ ਅਸੀਂ ਇਹਨਾਂ ਦੀ ਸਹਾਇਤਾ ਕਰਦੇ ਹਾਂ। ਕਹਿੰਦੇ ਨਹੀਂ ਹੋ ਸਕਦਾ। ਕਹਿੰਦੇ ਤੁਹਾਡੀ ਮਰਜ਼ੀ ਹੈ ਜੀ। ਕਹਿੰਦੇ ਤੁਸੀਂ ਮੁਸਲਮਾਨ ਹੋ ਜਾਓ। ਗੁਰੂ ਮਹਾਰਾਜ ਕਹਿੰਦੇ ਅਸੀਂ ਮੁਸਲਮਾਨ ਨਹੀਂ ਹੋਣਾ। ਹਰ ਬੰਦੇ ਨੂੰ ਆਪਣਾ ਧਰਮ ਮੰਨਣ ਦੀ ਆਗਿਆ ਹੈ। ਕੋਈ ਆਪਣਾ ਧਰਮ ਦੂਜੇ 'ਤੇ ਨਹੀਂ ਠੋਕ ਸਕਦਾ। ਆਪਣਾ ਧਰਮ ਕੋਈ ਬਦਲ ਵੀ ਸਕਦਾ ਹੈ। ਕੋਈ ਜ਼ਰੂਰੀ ਕਿ ਜਿਸ ਧਰਮ 'ਚ ਤੁਸੀਂ ਪੈਦਾ ਹੋਏ ਉਸੇ ਧਰਮ ਦੇ ਵਿੱਚ ਹੀ ਤੁਸੀਂ ਰਹਿਣਾ। ਜਿਵੇਂ ਤੁਸੀਂ ਇਹਨਾਂ ਨੇ ਹਿੰਦੂਆਂ ਨੇ ਜਾਤਾਂ ਪਾਤਾਂ ਪੱਕੀਆਂ ਕਰਤੀਆਂ ਨੇ। ਜਿਹੜਾ ਪੰਡਤ ਦੇ ਘਰ ਜੰਮਿਆ ਪੰਡਤ ਹੀ ਹੈ, ਜਿਹੜਾ ਖੱਤਰੀ ਦੇ ਘਰ ਜੰਮਿਆ ਖੱਤਰੀ ਹੈ, ਜਿਹੜਾ ਵੈਸ਼ ਦੇ ਘਰ ਜੰਮਿਆ ਜੱਟ ਜਾਂ ਬਾਣੀਆਂ ਹੈ, ਅਤੇ ਬਾਕੀ ਸ਼ੂਦਰ ਨੇ। ਕੋਈ ਵੀ ਆਪਣੀ ਜਾਤ ਨਹੀਂ ਬਦਲ ਸਕਦਾ। ਠੀਕ ਹੈ ਨਾ? ਅਤੇ ਕਹਿੰਦਾ ਵੀ ਜਿਹੜਾ ਹੈ ਵੀ ਗੁਰੂ ਮਹਾਰਾਜ ਧਰਮ ਤਾਂ ਹਰ ਇੱਕ ਦਾ ਆਪਣਾ ਆਪਣਾ ਹੈ। ਇਹ ਤੁਹਾਡਾ ਮੁਸਲਮਾਨ ਬਣਨ ਨਾਲ ਕੀ ਫਰਕ ਮੈਨੂੰ ਪੈ ਜਾਏਗਾ? ਜਾਂ ਤਾਂ ਦੱਸੋ ਮੈਨੂੰ ਕੀ ਫਰਕ ਪੈ ਜਾਏਗਾ? ਅਸੀਂ ਤੁਹਾਨੂੰ ਆਹ ਦੇਵਾਂਗੇ, ਤੁਹਾਡੇ ਸਹੂਲਤਾਂ, ਤੁਹਾਨੂੰ ਪੀਰ ਬਣਾ ਦਾਂਗੇ, ਤੁਹਾਡਾ ਆਦਰ ਮਾਣ। ਕਹਿੰਦੇ ਉਹ ਤਾਂ ਮੈਂ ਪੀਰ ਤਾਂ ਪਹਿਲਾਂ ਹੀ ਹੈਗਾ, ਆਦਰ ਮਾਣ ਤਾਂ ਮੇਰਾ ਕੌਮ ਕਰਦੀ ਹੈ, ਇਸ ਲਈ ਮੈਂ ਮੁਸਲਮਾਨ ਨਹੀਂ ਹੋਣਾ। ਕਹੇ ਜੇ ਮੁਸਲਮਾਨ ਨਹੀਂ ਹੋਣਾ ਤਾਂ ਫਿਰ ਕਰਾਮਾਤ ਵਿਖਾਓ। ਮੁਸਲਮਾਨਾਂ 'ਚ ਇੱਕ ਨੁਕਸ ਹੈ, ਇਹ ਪੀਰ ਫਕੀਰ ਉਸ ਨੂੰ ਮੰਨਦੇ ਨੇ ਜਿਹੜਾ ਕਰਾਮਾਤ ਵਿਖਾਏ। ਜਿਹੜਾ ਕਰਾਮਾਤ ਨਹੀਂ ਵਿਖਾਉਂਦਾ ਸਮਝਦੇ ਇਹਦੇ 'ਚ ਕੋਈ ਤੱਤ ਨਹੀਂ, ਤੰਤ ਨਹੀਂ। ਇਹਦਾ ਕੀ ਹੈ?
ਇਸ ਤੋਂ ਡਰਨ ਦੀ ਲੋੜ ਨਹੀਂ, ਇਹਦਾ ਕੋਈ ਸਰਾਪ ਨਹੀਂ ਲੱਗਣਾ ਵੀ ਇਹ ਕਿਹੜਾ ਪੀਰ ਹੈ। ਕਹਿੰਦੇ ਕਰਾਮਾਤ ਵਿਖਾਓ। ਗੁਰੂ ਮਹਾਰਾਜ ਕਹਿੰਦੇ ਸਿੱਖ ਧਰਮ 'ਚ ਕਰਾਮਾਤ ਵਿਖਾਉਣਾ ਪਰਮਾਤਮਾ ਦੀ ਬਰਾਬਰੀ ਕਰਨਾ ਹੈ। ਅਸੀਂ ਪਰਮਾਤਮਾ ਦੇ ਸ਼ਰੀਕ ਨਹੀਂ ਬਣਨਾ। ਸਾਡੇ ਕਰਾਮਾਤ ਨਹੀਂ ਵਿਖਾਇਆ ਕਰਦੇ, ਇਸ ਲਈ ਅਸੀਂ ਕਰਾਮਾਤ ਨਹੀਂ ਵਿਖਾਉਣੀ। ਕਹਿੰਦੇ ਜਾਂ ਮੁਸਲਮਾਨ ਬਣ ਜਾਓ ਜਾਂ ਕਰਾਮਾਤ ਵਿਖਾਓ, ਜੇ ਦੋਨੋਂ ਕੰਮ ਨਹੀਂ ਕਰਨੇ ਤਾਂ ਮਰਨ ਲਈ ਤਿਆਰ ਹੋ ਜਾਓ। ਕਹਿੰਦੇ ਉਹ ਤਾਂ ਅਸੀਂ ਤਿਆਰੀ ਕਰਕੇ ਆਏ ਹਾਂ ਜੀ। ਬਥੇਰਾ ਗੁਰੂ ਮਹਾਰਾਜ ਨੇ ਸਮਝਾਇਆ ਵੀ ਤੇਰਾ ਸਾਡਾ ਕੋਈ ਹੈ ਨਹੀਂ, ਕੋਈ ਦੁਸ਼ਮਣੀ ਨਹੀਂ ਤੁਹਾਡੀ। ਤੁਸੀਂ ਇਹਨਾਂ ਨੇ ਬੇਇਨਸਾਫੀ ਕਰ ਦਿਓ, ਇਹਨਾਂ 'ਤੇ ਜ਼ੁਲਮ ਕਰ ਦਿਓ ਹਿੰਦੂਆਂ 'ਤੇ, ਤੁਸੀਂ ਜ਼ੁਲਮ ਬੰਦ ਕਰ ਦਿਓ, ਆਪੇ ਸਭ ਕੁਝ ਠੀਕ ਹੋ ਜਾਏਗਾ। ਪਰ ਨਹੀਂ, ਇਹ ਮੈਂ ਦੇਖੇ ਜਿਹੜਾ ਰਾਜ ਹੈ ਨਾ, ਇਹ ਹਉਮੈ ਪੈਦਾ ਕਰਦਾ। ਹੁਣ ਵੀ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਵਾਲੇ ਲੱਗੇ ਸਨ ਕਾਨੂੰਨ ਬਣਾਉਣ ਕਿ ਕੋਈ ਆਪਣਾ ਧਰਮ ਨਹੀਂ ਬਦਲ ਸਕਦਾ। ਪਹਿਲਾਂ ਤਾਂ ਅਸੀਂ ਜਾਤ ਹੀ ਨਹੀਂ ਸੀ ਬਦਲ ਸਕਦੇ। ਉਹ ਕਹਿੰਦੇ ਕੋਈ ਧਰਮ ਨਹੀਂ ਬਦਲ ਸਕਦਾ। ਇਹ ਤਾਂ ਸੁਪਰੀਮ ਕੋਰਟ ਨੇ ਨਾ ਕਰਤੀ। ਕਹਿੰਦੇ ਇਹ ਕਿਆ ਮਤਲਬ ਹੈ? ਬੱਚੇ ਦੀ ਮਰਜ਼ੀ ਹੈ, ਕਿਸੇ ਧਰਮ 'ਚ ਜਾਵੇ, ਕੋਈ ਧਰਮ ਅਖਤਿਆਰ ਕਰੇ, ਇਹ ਨਹੀਂ ਹੋ ਸਕਦਾ। ਤਾਂ ਟਿਕਿਆ, ਨਹੀਂ ਤਾਂ ਇਹ ਵੀ ਸਿਆਪਾ ਖੜਾ ਹੋ ਜਾਣਾ ਸੀ। ਜਿਸ ਧਰਮ 'ਚ ਪੈਦਾ ਹੋ ਕੇ ਉਸੇ 'ਚ ਹੀ ਰਹਿਣਾ ਪੈਣਾ ਸੀ ਬਸ। ਚਲੋ ਖੈਰ, ਲਓ ਜੀ, ਅਗਲੇ ਦਿਨ ਕੀ ਕੀਤਾ ਵੀ ਗੁਰੂ ਮਹਾਰਾਜ ਡਰਾਉਣ ਲਈ ਪਹਿਲਾਂ ਭਾਈ ਮਤੀ ਦਾਸ ਲਿਆ, ਉਹਨੂੰ ਆਰੇ ਨਾਲ ਵਿਚਾਲਿਓ ਚੀਰ ਦਿੱਤਾ ਹੈ। ਗੁਰੂ ਮਹਾਰਾਜ ਦੇ ਸਾਹਮਣੇ ਖਿਲਾਰ ਕੇ ਵੀ ਗੁਰੂ ਮਹਾਰਾਜ ਨੂੰ ਪਤਾ ਲੱਗ ਜਾਵੇ ਮੇਰਾ ਵੀ ਹਾਲ ਇਹੀ ਕਰਨਗੇ, ਵੀ ਡਰ ਜਾਣਗੇ। ਭਾਈ ਮਤੀ ਦਾਸ ਨੇ ਗੁਰੂ ਮਹਾਰਾਜ ਵੱਲ ਮੁੱਖ ਕਰਕੇ ਆਪਣਾ ਸਿਮਰਨ ਸ਼ੁਰੂ ਕਰਤਾ। ਆਰਾ ਚੱਲ ਕੇ 2 ਫਾੜ ਕਰ ਦਿੱਤਾ, ਸ਼ਹੀਦ ਹੋ ਗਏ ਭਾਈ ਮਤੀ ਦਾਸ ਜੀ। ਫਿਰ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਦੇ ਵਿੱਚ ਸੁੱਟਿਆ ਹੈ, ਅਤੇ ਉਹ ਉਬਲਦੇ ਪਾਣੀ 'ਚ ਉਬਾਲੀ ਗਏ ਨੇ, ਅਤੇ ਭਾਈ ਦਿਆਲਾ ਜੀ ਵੀ ਸ਼ਹੀਦ ਹੋ ਗਏ। ਭਾਈ ਸਤੀ ਦਾਸ ਨੂੰ ਰੂਹ 'ਚ ਲਪੇਟ ਕੇ ਨਾ ਜਿਉਂਦੇ ਨੂੰ ਅੱਗ ਲਾਤੀ, ਉਹ ਇਸ ਤਰ੍ਹਾਂ ਉਹ ਜਿਹੜਾ ਸ਼ਹੀਦ ਹੋ ਗਏ। ਕਹਿੰਦੇ ਜੋ ਤੁਹਾਡੇ ਸਿੱਖਾਂ ਦਾ ਅਸੀਂ ਹਾਲ ਕਿਤੇ ਇਹੀ ਤੁਹਾਡਾ ਕਰਾਂਗੇ, ਅਜੇ ਵੀ ਮੁਸਲਮਾਨ ਬਣ ਜਾਓ। ਉਹ ਕਹਿੰਦੇ ਅਸੀਂ ਮੁਸਲਮਾਨ ਨਹੀਂ ਬਣਨਾ। ਕਿ ਚੰਗਾ, ਫਿਰ ਅਨਾਊਂਸਮੈਂਟ ਕਰਤੀ ਸਾਰੀ ਦਿੱਲੀ 'ਚ ਕਿ ਕੱਲ੍ਹ ਨੂੰ ਹਿੰਦੂਆਂ ਦਾ ਜਿਹੜਾ ਗੁਰੂ ਤੇਗ ਬਹਾਦਰ ਹੈ, ਇਹਨੂੰ ਜਾਏ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਕੀਤਾ ਜਾਏਗਾ। ਚਲੋ, ਬਹੁਤ ਹਿੰਦੂ ਸਿੱਖ ਮੁਸਲਮਾਨ ਵੇਖਣ ਆ ਗਏ ਨੇ। 11 ਨਵੰਬਰ 1675 ਤਰੀਕ ਸੀ ਉਦੋਂ। 11 ਨਵੰਬਰ 1675 ਈਸਵੀ ਨੂੰ ਚਾਂਦਨੀ ਚੌਂਕ 'ਚ ਲਿਆ ਕੇ ਫਿਰ ਪੁੱਛਦੇ ਨੇ ਉਹ ਬਈ ਤੁਸੀਂ ਅਜੇ ਵੀ ਮੁਸਲਮਾਨ ਬਣ ਜਾਓ। ਗੁਰੂ ਮਹਾਰਾਜ ਕਹਿੰਦੇ ਜਦੋਂ ਤੁਸੀਂ ਤੁਹਾਨੂੰ ਇੱਕ ਵਾਰੀ ਕਹਿਤਾ ਅਸੀਂ ਮੁਸਲਮਾਨ ਨਹੀਂ ਬਣਨਾ, ਤੁਸੀਂ ਸਗੋਂ ਲੋਕਾਂ 'ਤੇ ਜ਼ੁਲਮ ਕਰਨਾ ਬੰਦ ਕਰ ਦਿਓ। ਜਦੋਂ ਕਿਸੇ ਨੂੰ ਸੱਚੀ ਗੱਲ ਕਹੀਏ ਫਿਰ ਅਗਲੇ ਤਕਲੀਫ ਹੁੰਦੀ ਹੈ, ਉਹਨਾਂ ਸਭ ਗੁੱਸਾ ਚੜ੍ਹੇ। ਉਹ ਇੰਨੀ ਪਬਲਿਕ ਦੇ ਸਾਹਮਣੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਤਲਵਾਰ ਦੇ ਵਾਰ ਨਾਲ ਸ਼ਹੀਦ ਕਰਤਾ। ਹੁਣ ਸਰੀਰ ਦੇ 2 ਟੋਟੇ ਹੋ ਗਏ ਨੇ। ਬਹੁਤ ਸਾਰੇ ਲੋਕ ਵੇਖ ਕੇ ਮੁੜ ਗਏ ਨੇ। ਭਾਈ ਜੈਤਾ ਜੀ ਅਤੇ ਭਾਈ ਉਦੋਂ ਉੱਥੇ ਹੀ ਨੇ। ਵੀ ਕੀਤਾ ਕੀ ਜਾਵੇ, ਆਲੇ ਦੁਆਲੇ ਪੁਲਿਸ ਦਾ ਪਹਿਰਾ, ਵੀ ਕਿਵੇਂ ਸੀਸ 'ਤੇ ਧੜ ਚੱਕਿਆ ਜਾਵੇ। ਭਾਈ ਉਦੋਂ ਜਿੱਥੇ ਅੱਜ ਕੱਲ੍ਹ ਰਕਾਬ ਸਾਹਿਬ ਗੁਰਦੁਆਰਾ ਰਕਾਬਗੰਜ, ਉੱਥੇ ਇੱਕ ਬਹੁਤ ਵੱਡਾ ਵਪਾਰੀ ਰਹਿੰਦਾ ਸੀ, ਲੱਖੀ ਸ਼ਾਹ ਵਣਜਾਰਾ। ਲੱਖੀ ਸ਼ਾਹ ਵਣਜਾਰਾ ਬਲਦਾਂ ਦੇ ਉੱਤੇ ਨਾ ਨਾਰਨੌਲ ਹੈ, ਹਰਿਆਣੇ ਦੇ ਵਿੱਚ ਨਾ ਨਾਰਨੌਲ ਜਗ੍ਹਾ, ਉੱਥੇ ਚੂਨਾ ਬਹੁਤ ਹੁੰਦਾ। ਮੈਂ ਉਸ ਇਲਾਕੇ ਸਰਵਿਸ ਕੀਤੀ ਹੋਈ ਹੈ। ਉਹ ਚੂਨਾ ਲਿਆ ਕੇ ਅਤੇ ਦਿੱਲੀ ਵੇਚਿਆ ਕਰਦਾ ਸੀ। ਉਹ 700 ਬਲਦਾਂ 'ਤੇ ਉਹਨੇ ਚੂਨਾ ਲੱਦਿਆ ਹੋਇਆ ਅਤੇ ਉਹ ਆ ਰਿਹਾ। ਭਾਈ ਉਦੋਂ ਜਿਹੜਾ ਸੀ ਉਹਨੂੰ ਜਾ ਕੇ ਮਿਲਿਆ ਵੀ ਆਹ ਗੱਲ ਹੋ ਗਈ ਹੈ, ਅਤੇ ਸੀਸ ਵੀ ਚੱਕਣੇ ਅਤੇ ਧੜ ਵੀ ਚੱਕਣਾ। ਉਹ ਕਹਿੰਦਾ ਕੋਈ ਨਹੀਂ। ਉਦੋਂ ਕੱਚੇ ਰਾਹ ਹੁੰਦੇ ਸਨ ਸਾਰੇ। ਉੱਧਰ ਸ਼ਾਮ ਹੋ ਰਹੀ ਹੈ,
ਉਹਨੇ ਆਪਣੇ ਬਲਦ ਭਜਾਉਣੇ ਸ਼ੁਰੂ ਕਰਤੇ। ਤੇਜ਼ ਤੁਰਨੇ, ਉਹ ਪੈਰਾਂ ਨਾਲ ਮਿੱਟੀ ਉੱਡਣੀ ਸ਼ੁਰੂ ਹੋ ਗਈ। ਜਿਹੜੇ ਪਹਿਰੇਦਾਰ ਸਨ ਉਹ ਮਿੱਟੀ ਤੋਂ ਬਚਣ ਲਈ ਉਹ ਦੂਰ ਖੜੇ ਹੋ ਗਏ ਜਾ ਕੇ। ਉਹ ਦੋਨਾਂ ਨੇ, ਭਾਈ ਜੈਤਾ ਜੀ ਨੇ ਦੇਖਿਆ ਵੀ ਹੁਣ ਨਾ ਆਲੇ ਦੁਆਲੇ ਮਿੱਟੀ ਇਕੱਠਾ ਹੋ ਕੇ ਕਿਸੇ ਨੂੰ, ਉਹਨਾਂ ਨੇ ਕੱਪੜੇ ਦੇ ਲਪੇਟਿਆ ਸੀਸ, ਅਤੇ ਭਾਈ ਜੈਤਾ ਜੀ ਤਾਂ ਅਨੰਦਪੁਰ ਸਾਹਿਬ ਨੂੰ ਚੱਲ ਪਏ। ਕਿਉਂਕਿ ਹਰ 700 ਬਲਦਾਂ ਨੇ ਲੰਘਣਾ, ਅਤੇ ਕਿੰਨੀ ਦੇਰ ਲੱਗਣੀ ਲੰਘਣ 'ਤੇ। ਉਹ ਮਿੱਟੀ ਉੱਡੀ ਗਈ, ਅਤੇ ਫਿਰ ਜਿਹੜਾ ਹੈ ਉਹਨੇ ਆਪਣੇ ਨਾਲ ਬੰਦਾ ਲਿਆ, ਲੱਖੀ ਸ਼ਾਹ ਵਣਜਾਰੇ ਨਾਲ ਬੰਦੇ ਤਾਂ ਸਨ ਹੀ ਬਲਦਾਂ ਨੂੰ ਹਿੱਕਣ ਲਈ। ਉਸ ਗੁਰੂ ਮਹਾਰਾਜ ਦੇ ਜਿਹੜਾ ਧੜ ਸੀ ਉਹਨੇ ਆਪਣੇ ਬਲਦ ਦੇ ਉੱਤੇ ਲੱਦ ਲਿਆ ਹੈ। ਉਹ ਮਿੱਟੀ ਕੱਟੇ ਦੇ ਵਿੱਚ ਹੀ ਉਹ ਭਜਾਉਂਦੇ ਗਏ। ਇਹਨੇ ਜਿੰਨੇ ਚਿਰ ਨੂੰ ਮਿੱਟੀ ਕੱਟਾ ਬੈਠਣਾ ਸੀ, ਉਹ ਰਕਾਬਗੰਜ ਆ ਗਿਆ, ਅਤੇ ਪਿੰਡ ਸੀ ਉਹ। ਰਕਾਬਗੰਜ ਪਹੁੰਚ ਗਏ। ਉਹਨੇ ਸੋਚਿਆ ਵੀ ਹੁਣ ਕੀ ਕੀਤਾ ਜਾਵੇ। ਉਹਨੇ ਕਿਹਾ ਵੀ ਅੱਗ ਹੀ ਲਾ ਦੇਣਾ ਘਰ ਨੂੰ। ਉਹਨੇ ਧਾੜ ਰੱਖਿਆ ਘਰ ਦੇ ਵਿੱਚ, ਘਰ ਨੂੰ ਅੱਗ ਲਾਤੀ। ਪਹਿਲਾਂ ਨਹੀਂ ਰੌਲਾ ਪਾਇਆ। ਜਦੋਂ ਅੱਗ ਪੂਰੀ ਭੜਕ ਗਈ, ਵੀ ਪਹਿਲਾਂ ਲੋਕ ਆਖੇ ਬੁਝਾ ਨਾ ਦੇਣ, ਜਦੋਂ ਅੱਗ ਪੂਰੀ ਤਰ੍ਹਾਂ ਘਰ ਨੂੰ ਲੱਗ ਗਈ, ਰੌਲਾ ਲੱਗ ਗਿਆ, ਪਿੱਟਣ ਲੱਗ ਗਿਆ, ਮੇਰਾ ਘਰ ਸੜ ਗਿਆ, ਮੇਰਾ ਘਰ ਸੜ ਗਿਆ, ਮੈਂ ਮਾਰੇ ਗਿਆ, ਮੈਂ ਪੱਟਿਆ ਗਿਆ, ਫਲਾਣਾ ਗਿਆ। ਇੰਨੇ ਚਿਰ ਨੂੰ ਸਰਕਾਰ ਦੀ ਪੁਲਿਸ ਵੀ ਉੱਥੇ ਆ ਗਈ। ਉਹਨਾਂ ਸੋਚਿਆ ਵੀ ਇਹਨਾਂ 'ਚ ਕਿਸੇ ਗੜਬੜ ਕੀਤੀ ਹੋਣੀ ਹੈ। ਉਹ ਅੱਗੋਂ ਰੋ ਰਿਹਾ ਹੈ। ਉਹ ਕਹਿੰਦੇ ਵੀ ਤਾਂ ਘਰ ਨੂੰ ਅੱਗ ਲੱਗੇ ਤਾਂ ਰੋ ਰਿਹਾ, ਇਹਨੇ ਕੀ ਲਿਆਉਣਾ ਸੀ। ਉਹ ਚਲੋ ਵਾਪਸ ਚਲੇ ਗਏ। ਉਹ ਚਲੋ ਇਸ ਤਰ੍ਹਾਂ ਧੜ ਦਾ ਸੰਸਕਾਰ ਲੱਖੀ ਸ਼ਾਹ ਵਣਜਾਰਾ ਨੇ ਆਪਣੇ ਘਰ 'ਚ ਕੀਤਾ। ਜਿਹੜਾ ਭਾਈ ਜੈਤਾ ਜੀ ਸੀ, ਉਹ ਜਿਹੜਾ ਹੈ ਉਹ ਅਨੰਦਪੁਰ ਸਾਹਿਬ ਨੂੰ ਚੱਲ ਪਿਆ। ਧੜ ਦਾ ਸੰਸਕਾਰ ਕਰਕੇ ਭਾਈ ਉਦੋਂ ਵੀ ਮਗਰੀ ਚੱਲ ਪਿਆ। ਜਦੋਂ ਭਾਈ ਜੈਤਾ ਜੀ ਕੀਰਤਪੁਰ ਸਾਹਿਬ ਪਹੁੰਚੇ, ਇਹਨੇ ਚਿਰ ਨੂੰ ਦੂਜਾ ਸਾਥੀ ਭਾਈ ਉਦੋਂ, ਉਹ ਵੀ ਜਿਹੜਾ ਹੈ ਉੱਥੇ ਕੀਰਤਪੁਰ ਸਾਹਿਬ ਪਹੁੰਚ ਗਿਆ। ਦੋਨੋਂ ਰਲ ਕੇ ਫਿਰ ਅੱਗੇ ਗੁਰੂ ਮਹਾਰਾਜ ਦਸਮ ਪਾਤਸ਼ਾਹ ਆ ਗਏ। ਉਹ ਲੈ ਕੇ ਗਏ ਸੀ ਇਸ ਪਾਲਕੀ 'ਚ ਰੱਖ। ਖੈਰ ਬੜਾ ਗੁਰੂ ਮਹਾਰਾਜ ਦੋਨਾਂ ਦਾ ਸਤਿਕਾਰ ਕੀਤਾ। ਭਾਈ ਜੈਤਾ ਜੀ ਨੇ ਕਹਿੰਦੇ ਵੀ ਰੰਗਰੇਟੇ ਗੁਰੂ ਕੇ ਬੇਟੇ। ਤਾਂ ਭਾਈ ਜੈਤਾ ਜੀ ਨੇ ਅੰਮ੍ਰਿਤ ਛਕਿਆ। ਉਹਨਾਂ ਦਾ ਨਾਮ ਰੱਖਤਾ ਭਾਈ ਜਿਉਣ ਸਿੰਘ, ਅਤੇ ਉਹਦੇ ਦਾ ਨਾਂ ਰੱਖਤਾ ਉਦੈ ਸਿੰਘ। ਖੈਰ ਹੁਣ ਸੀਸਗੰਜ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਚਾਂਦਨੀ ਚੌਂਕ ਦੇ ਵਿੱਚ, 1790 ਈਸਵੀ ਦੇ ਵਿੱਚ ਸਰਦਾਰ ਬਘੇਲ ਸਿੰਘ ਸੀ। ਉਹਨੇ ਦਿੱਲੀ ਨੂੰ ਫਤਿਹ ਕਰ ਲਿਆ ਆਪਣੇ ਲਾਲ ਕਿਲ੍ਹੇ, ਆਪਣੇ ਝੰਡੇਗੜ੍ਹ 'ਤੇ। ਉਹਨੇ ਫਿਰ ਇਹ ਜਿਹੜਾ ਰਕਾਬਗੰਜ ਗੁਰਦੁਆਰਾ ਸਾਹਿਬ ਹੈ ਅਤੇ ਸੀਸਗੰਜ ਗੁਰਦੁਆਰਾ ਹੈ, ਇਹ ਸਰਦਾਰ ਬਘੇਲ ਸਿੰਘ ਨੇ 1790 'ਚ ਬਣਾਉਣੇ ਸ਼ੁਰੂ ਕੀਤੇ। ਉਹਨੇ ਬਣਾਏ ਨੇ ਦੋਨੋਂ ਗੁਰਦੁਆਰੇ ਗੁਰੂ ਮਹਾਰਾਜ ਦੀ ਯਾਦ 'ਚ। ਇੱਕ ਥਾਂ ਜਿੱਥੇ ਜਿਹੜਾ ਸ਼ਹੀਦ ਹੋਏ ਉਹ ਸੀਸਗੰਜ ਸਾਹਿਬ ਗੁਰਦੁਆਰਾ ਹੈ, ਜਿੱਥੇ ਸੰਸਕਾਰ ਕੀਤਾ ਉਹ ਰਕਾਬਗੰਜ ਗੁਰਦੁਆਰਾ ਹੈ। ਇਸ ਤਰ੍ਹਾਂ ਗੁਰੂ ਮਹਾਰਾਜ ਜਿਹੜਾ ਹੈ 1621 ਦੇ ਵਿੱਚ ਇਸ ਸੰਸਾਰ 'ਚ ਆਏ, ਅਤੇ 11 ਨਵੰਬਰ 1675 ਈਸਵੀ ਨੂੰ ਇਹ ਸੰਸਾਰ ਉਹਨਾਂ ਨੇ ਛੱਡਿਆ। ਤਾਂ ਕੋਈ ਬਹੁਤੀ ਉਮਰ ਨਹੀਂ ਸੀ, ਕੋਈ ਬਹੁਤੀ ਉਮਰ ਨਹੀਂ ਸੀ। ਦੇਖੋ 21 ਅਤੇ 50 30 56 ਜਿਹੜਾ 75 ਤੱਕ 20 ਅੱਗੇ ਹੋਰ। ਸੋ 50 ਕੋਈ 46 47 ਜਾਂ 50 ਸਾਲਾਂ ਦੀ ਉਮਰ ਬਣਦੀ ਹੋਣੀ। 21 ਤੋਂ ਲੈ ਕੇ 75 ਤੱਕ ਤੁਸੀਂ ਆਪ ਕਰ ਲਿਓ, ਕੋਈ 54 ਸਾਲ ਬਣਦੇ। ਇੰਨੇ ਕੁ ਸਾਲ ਰਹੇ, ਪਰ ਐਸਾ ਕੰਮ ਕਰਕੇ ਐਸਾ ਪ੍ਰਭਾਵ ਪਿਆ ਉਹਨਾਂ ਦਾ ਕਿ ਕਸ਼ਮੀਰ ਦੇ ਲੋਕਾਂ ਨੇ, ਜਿਹੜਾ ਕਿਰਪਾ ਰਾਮ ਆਇਆ ਸੀ ਨਾ ਪੰਡਤਾਂ ਦੀ ਅਗਵਾਈ ਕਰਨ, ਉਹ ਅਨੰਦਪੁਰ ਸਾਹਿਬ ਆ ਗਿਆ। ਉਹ ਦਸਮ ਪਾਤਸ਼ਾਹ ਦੇ ਦਰਬਾਰ 'ਚ ਆ ਗਿਆ। ਫਿਰ ਉਹਨੇ ਅੰਮ੍ਰਿਤ ਛਕਿਆ, ਅਤੇ ਫਿਰ ਜਿਹੜਾ ਕਿਰਪਾ ਰਾਮ ਤੋਂ ਕਿਰਪਾ ਸਿੰਘ ਹੋ ਕੇ ਫਿਰ ਉਹ ਸ਼ਹੀਦ ਵੀ ਹੋਇਆ ਸੀ ਚਮਕੌਰ ਦੀ ਜੰਗ ਦੇ ਵਿੱਚ। ਇਹਨਾਂ ਪ੍ਰਭਾਵ ਪਿਆ ਕਿਉਂਕਿ ਗੁਰੂ ਨਾਨਕ ਦੇਵ ਕਸ਼ਮੀਰ ਗਏ ਸਨ, 6ਵੇਂ ਪਾਤਸ਼ਾਹ ਵੀ ਕਸ਼ਮੀਰ ਗਏ ਸਨ, ਅਤੇ ਪੰਡਤਾਂ ਨੇ ਸੋਚਿਆ ਵੀ 9ਵੇਂ ਪਾਤਸ਼ਾਹ ਨੇ ਸਾਡੇ ਲਈ ਸ਼ਹੀਦੀ ਦਿੱਤੀ ਹੈ, ਇਸ ਲਈ ਬਹੁਤ ਸਾਰੇ ਪੰਡਤ ਕਸ਼ਮੀਰ ਦੇ ਸਿੱਖੀ ਸਰੂਪ 'ਚ ਆ ਗਏ। ਆ ਬਹੁਤ ਸਾਰੇ ਕਸ਼ਮੀਰੀ ਪਟਿਆਲੇ 'ਚ ਵੀ ਰਹਿੰਦੇ ਨੇ, ਇਹ ਸਾਰੇ ਉਹੀ ਸਨ। ਇਹ ਹਨ ਪੰਡਤ, ਪਰ ਜਿਹੜਾ ਹੈ ਇਹਨਾਂ ਨੇ ਸਿੱਖੀ ਸਰੂਪ ਧਾਰਨ ਕਰ ਲਿਆ ਹੈ। ਕਿਉਂਕਿ ਆਪਣੇ ਕੋਲ 4-5 ਮਿੰਟ ਹੋਰ ਨੇ,
ਆਪਾਂ ਉਹਨਾਂ ਦੀ ਬਾਣੀ 'ਤੇ ਥੋੜ੍ਹੀ ਜਿਹੀ ਵਿਚਾਰ ਕਰਨੀ। ਗੁਰੂ ਤੇਗ ਬਹਾਦਰ ਮਹਾਰਾਜ ਦੀ ਜੋ ਤੁਸੀਂ ਭੋਗ ਦੇ ਸਫ਼ੇ ਪੜ੍ਹਦੇ 57 ਸ਼ਲੋਕ, ਦੇਖੋ ਪਹਿਲੇ ਸ਼ਲੋਕ 'ਚ ਉਹਨੇ ਲਿਖਿਆ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਅਕਾਰਥ ਹੁੰਦਾ ਵਿਅਰਥ। ਜਿਸ ਨੇ ਪ੍ਰਮਾਤਮਾ ਦੇ ਗੁਣ ਨਹੀਂ ਗਾਏ, ਜਿਸ ਨੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ, ਸਮਝੋ ਉਹਨੇ ਆਪਣਾ ਮਨੁੱਖਾ ਜਨਮ ਵਿਅਰਥ ਗਵਾਤਾ। ਅਤੇ ਮੈਂ ਦੇਖਦਾ ਕਿੰਨੀ ਦੁਨੀਆ ਹੈ ਜਿਹੜਾ ਆਪਣਾ ਜੀਵਨ ਵਿਅਰਥ ਗਵਾ ਰਹੀ ਹੈ। ਆਖਰ ਕਰ ਇਹ ਬ੍ਰਹਮ ਗਿਆਨੀਆਂ ਦੇ ਬੋਲ ਨੇ, ਇਹ ਗੁਰੂ ਮਹਾਰਾਜ ਦੇ ਬੋਲ ਨੇ, ਜਿਨ੍ਹਾਂ ਨੇ ਜੋ ਲਿਖਿਆ ਉਸੇ 'ਤੇ ਫਿਰ ਉਹਨਾਂ ਸਾਰੀ ਉਮਰ ਪਹਿਰਾ ਵੀ ਦਿੱਤਾ ਹੈ। ਤਾਂ ਸਿੱਖ ਕੌਮ ਨੂੰ ਜੇ ਅਸੀਂ ਅੱਜ ਦਿਨ ਮਨਾਉਣਾ ਉਹਨਾਂ ਦਾ, ਦੇਖੋ ਇੱਕ ਤਾਂ ਸਾਡੇ ਵੱਡੇ ਭਾਗ ਮੈਂ ਦੇਖਦਾ 1969 ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਦਿਵਸ ਆਪਾਂ ਮਨਾਇਆ, ਜਿਹਨੇ ਵੱਡੀ ਉਮਰ ਦੇ ਆਪਾਂ ਸਾਰਾ ਦੇਖਿਆ। ਫਿਰ 1699 ਸੀ 300 ਸਾਲਾ ਖਾਲਸੇ ਦਾ ਜਨਮ ਦਿਨ ਮਨਾਇਆ ਗਿਆ, ਸਥਾਪਨਾ ਦਿਵਸ, ਉਹ ਵੀ ਆਪਾਂ ਦੇਖਿਆ। ਫਿਰ ਜਿਹੜਾ ਹੈ 2008 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ, ਉਹ ਵੀ 300 ਸਾਲ ਹੋ ਗਏ ਸੀ, ਉਹ ਵੀ ਆਪਾਂ ਮਨਾਇਆ ਹੈ। ਅਤੇ ਦੇਖੋ 400 ਸਾਲਾ ਵੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ, ਉਹ ਵੀ ਆਪਾਂ ਮਨਾਇਆ ਹੈ। ਆਪਾਂ ਵੱਡੇ ਭਾਗਾਂ ਵਾਲੇ ਇੰਨੇ ਗੁਰੂਆਂ ਦੇ ਦਿਹਾੜੇ ਆਪਣੇ ਆਪ ਜਿਉਂਦੇ ਜੀ ਮਨਾ ਲਏ ਹਨ। ਸੋ ਫਿਰ ਸਾਡਾ ਫਰਜ਼ ਬਣਦਾ, ਜਦੋਂ ਆਪਾਂ ਨੇ 550ਵਾਂ ਦਿਨ ਮਨਾਇਆ ਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ, ਅਤੇ ਬੜਾ ਖਰਚਾ ਕੀਤਾ ਸਰਕਾਰ ਨੇ, ਸ਼੍ਰੋਮਣੀ ਕਮੇਟੀ ਨੇ, ਗੁਰਦੁਆਰੇ ਵਾਲਿਆਂ ਨੇ, ਬਹੁਤ ਧੂਮ ਧਾਮ ਨਾਲ ਵਰਲਡ 'ਚ ਮਨਾਇਆ ਗਿਆ। ਕਰੋੜਾਂ ਰੁਪਈਏ ਖਰਚ ਹੋਏ। ਅਤੇ ਮੈਂ ਸੋਚਦਾ ਸੀ ਇਹ 12 ਨਵੰਬਰ ਨੂੰ ਮਨਾਇਆ ਸੀ 2 ਸਾਲ ਪਹਿਲਾਂ। 12 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾਇਆ। ਮੈਂ ਦੇਖਿਆ ਵੀ ਜਿਹੜਾ 11 ਨਵੰਬਰ ਨੂੰ ਸ਼ਰਾਬ ਪੀਂਦਾ ਸੀ ਸਿੱਖ, ਉਹ 13 ਨੂੰ ਵੀ ਪੀ ਰਿਹਾ, ਉਹ 13 ਨੂੰ ਵੀ ਪੀ ਰਿਹਾ। ਉਹਨੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਛੱਡੀ ਕੋਈ ਨਹੀਂ। ਜੋ ਬੁਰਾਈ 11 ਤਰੀਕ ਨੂੰ ਸੀ ਉਹੀ 13 ਨਵੰਬਰ ਨੂੰ ਰਹੀ। ਜਿਹੜਾ 11 ਨਵੰਬਰ ਨੂੰ ਰਿਸ਼ਵਤ ਲੈਂਦਾ ਸੀ ਉਹ 13 ਨੂੰ ਵੀ ਲੈਂਦਾ ਰਿਹਾ, ਉਹਨੇ ਛੱਡੇ ਨਹੀਂ। ਜਿਹੜਾ 11 ਨਵੰਬਰ ਨੂੰ ਮਿਲਾਵਟ ਕਰਦਾ ਸੀ ਉਹ 13 ਨੂੰ ਵੀ ਕਰਦਾ ਰਿਹਾ, ਅਤੇ ਜਿਹੜਾ 11 ਨਵੰਬਰ ਨੂੰ ਚੋਰੀ ਕਰਦਾ ਸੀ ਉਹ 13 ਨੂੰ ਵੀ ਕਰਦਾ ਰਿਹਾ। ਫਰਕ ਤਾਂ ਕੋਈ ਪਿਆ ਨਾ। ਕਰੋੜਾਂ ਰੁਪਈਏ ਵੀ ਲਾਤੇ। ਅਤੇ ਜੈਸੇ ਥੇ ਸਕੂਲਾਂ ਦੇਖੋ PT ਸਾਹਿਬ ਉਹ ਕਹਿੰਦੇ ਸਾਵਧਾਨ ਹੋ ਗਿਆ ਆਪਾਂ। ਫਿਰ ਉਹ ਕਹਿੰਦੇ ਜੈਸੇ ਥੇ ਸਟੈਂਡ ਐਟ ਈਜ਼ੀ, ਉਹ ਆਪਾਂ ਉਹ ਜੋ ਮੈਂ ਇੰਨਾ ਖਰਚਾ ਕਰਕੇ ਉਹ ਜਿਹੜਾ ਹੈ ਕਿਹੜੇ ਕੱਢਦੇ ਨੇ ਜਲੂਸ, ਜਿਹੜਾ ਕਿ ਨਗਰ ਕੀਰਤਨ, ਅਰਬਾਂ ਰੁਪਈਏ ਖਰਚ ਕੌਮ ਨੇ ਕੀਤੇ। ਜਿੱਥੇ ਖੜੇ ਸੀ 11 ਨਵੰਬਰ ਨੂੰ 13 ਨਵੰਬਰ ਨੂੰ ਉਹੀ ਬਦਲੇ ਤਾਂ ਹੈ ਨਹੀਂ। ਫਿਰ ਫਾਇਦਾ ਕਿਆ? ਦਿਨ ਮਨਾਉਣ ਦਾ ਤਾਂ ਹੀ ਫਾਇਦਾ ਜੇ ਅਸੀਂ ਉਹ ਜਿਸ ਗੁਰੂ ਦਾ ਦਿਨ ਮਨਾ ਉਹਦੀ ਕੋਈ ਗੱਲ ਮੰਨ ਲਈਏ, ਉਹਦੀ ਗੱਲ ਮੰਨ ਲਈਏ। ਗੁਰੂ ਮਹਾਰਾਜ ਕਹਿੰਦੇ ਸੀ ਵੀ ਭਾਈ ਗੁਰੂ ਦਸਾਂ ਨੂੰ ਦੀ ਕਿਰਤ ਕਰੋ। ਨਾ 11 ਨਵੰਬਰ ਨੂੰ ਕੀਤੀ, 13 ਨਵੰਬਰ ਨੂੰ ਕੀਤੀ, ਉਸੇ ਤਰ੍ਹਾਂ ਚੱਲੇ, ਕੋਈ ਚੇਂਜ ਨਹੀਂ ਆਈ, ਕੋਈ ਚੇਂਜ। ਇਹ ਤਾਂ ਫਿਰ ਫਾਰਮੈਲਿਟੀਆਂ ਹੋ ਜਾਣਗੀਆਂ, ਫਾਰਮੈਲਿਟੀਆਂ ਨਹੀਂ ਕਰੀਦੀਆਂ। ਗੁਰੂ ਮਹਾਰਾਜ ਫਾਰਮੈਲਿਟੀ ਦੇ ਹੱਕ 'ਚ ਨਹੀਂ ਸਨ। ਉਹ ਤਾਂ ਕਹਿੰਦੇ ਮੈਨੂੰ ਤਾਂ ਅਮਲੀ ਜੀਵਨ ਚਾਹੀਦਾ, ਪ੍ਰੈਕਟੀਕਲ ਲਾਈਫ ਚਾਹੀਦੀ ਹੈ। ਹੁਣ ਆਹੀ ਪਾਤਸ਼ਾਹ 9ਵੇਂ ਪਾਤਸ਼ਾਹ ਪਹਿਲਾ ਹੀ ਸ਼ਲੋਕ ਹੈ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ। ਭਾਈ ਜੇ ਤੁਸੀਂ ਪਰਮਾਤਮਾ ਦੇ ਗੁਣ ਹੀ ਨਹੀਂ ਗਾਉਂਦੇ ਤਾਂ ਮਨੁੱਖਾ ਜੀਵਨ ਤੁਹਾਡਾ ਵਿਅਰਥ ਜਾ ਰਿਹਾ। ਸੋ ਅਸੀਂ ਜਿੱਥੇ ਪ੍ਰਕਾਸ਼ ਦਿਹਾੜਾ ਉਹਨਾਂ ਦਾ ਮਨਾ ਰਹੇ 400 ਸਾਲਾ, ਸਾਡਾ ਫਰਜ਼ ਬਣਦਾ ਉਹਨਾਂ ਦੀ ਕੋਈ ਗੱਲ ਤਾਂ ਬੰਨੀ। ਅਸੀਂ
ਭਜਨ ਬੰਦਗੀ ਕਰੀਏ ਜਿੰਨਾ ਵੀ ਸਾਡੇ ਕੋਲ ਸਮਾਂ ਹੈ। ਕਿਸੇ ਕੋਲ ਵੱਧ ਹੈ, ਕਿਸੇ ਕੋਲ ਘੱਟ ਹੈ, ਚਲੋ ਜਿੰਨਾ ਸਮਾਂ ਵੀ ਹੈ ਉਹਨੂੰ ਲੇਖੇ ਲਾਈਏ, ਭਜਨ ਬੰਦਗੀ ਕਰੀਏ। ਦੂਜੀ ਉਹਨਾਂ ਗੱਲ ਦ੍ਰਿੜ ਕਰਾਈ, ਭੈ ਕਾਹੂ ਕੋ ਦੇਤ ਨੇ ਨਹਿ ਪੈ ਮਾਨਤ ਆਉਣ। ਬਈ ਨਾ ਕਿਸੇ ਨੂੰ ਡਰਾਉਣਾ, ਨਾ ਕਿਸੇ ਦਾ ਡਰ ਮੰਨਣਾ, ਨਾ ਡਰਾਉਣਾ, ਕਿਉਂਕਿ ਜਿਹੜਾ ਡਰਾ ਰਿਹਾ ਹੈ ਇੱਕ ਸਮੇਂ ਉਸ ਨੂੰ ਡਰਨਾ ਪੈਂਦਾ ਹੈ। ਬਾਈਬਲ 'ਚ ਲਿਖਿਆ ਹੋਇਆ ਈਸਾ ਮਸੀਹ ਨੇ ਕਿ ਜਿਹੜਾ ਤਲਵਾਰ ਦੇ ਜ਼ੋਰ ਨਾਲ ਜਿਉਂਦਾ ਹੈ ਉਸ ਨੂੰ ਤਲਵਾਰ ਦੇ ਘਾਟ ਹੀ ਉਤਾਰਿਆ ਜਾਂਦਾ ਹੈ। ਇਸ ਲਈ ਜਦੋਂ ਅਸੀਂ ਜ਼ੋਰ ਜ਼ੁਲਮ ਲੋਕਾਂ 'ਤੇ ਕਰਦੇ ਹਾਂ ਤਾਂ ਫਿਰ ਸਾਨੂੰ ਮਾਰਨ ਵਾਲਾ ਵੀ ਕੋਈ ਪੈਦਾ ਹੋ ਜਾਂਦਾ ਹੈ। ਜੇ ਅਸੀਂ ਡਰਾਂਗੇ ਫਿਰ ਅਸੀਂ ਗੁਲਾਮ ਹੋ ਜਾਵਾਂਗੇ। ਹਿੰਦੁਸਤਾਨ ਸਦੀਆਂ ਤੱਕ ਗੁਲਾਮ ਰਿਹਾ। ਕਿਉਂ? ਲੋਕਾਂ 'ਚ ਵੰਡ ਪਾਤੀ, ਜਾਤ ਪਾਤ ਵੰਡ ਪਾਤੀ। ਇੱਕ ਜਾਤ ਦਾ ਦੂਜੀ ਜਾਤ ਦੀ ਸਹਾਇਤਾ ਹੀ ਨਹੀਂ ਕਰ ਰਿਹਾ ਹੈ। ਇੱਕ ਰਾਜਾ ਦੂਜੇ ਰਾਜੇ ਦੀ ਸਹਾਇਤਾ ਹੀ ਨਹੀਂ ਕਰ ਰਿਹਾ ਵੀ ਸਾਂਝਾ ਦੁਸ਼ਮਣ ਆ ਰਿਹਾ ਹੈ, ਆਪਾਂ ਰਲ ਕੇ ਉਹਦਾ ਮੁਕਾਬਲਾ ਕਰੋ ਨਾ, ਉਹ ਵਾਰੀ ਵਾਰੀ ਹਾਰੀਗਾ ਜੀ। ਇਸ ਲਈ ਗੁਰੂ ਮਹਾਰਾਜ ਨੇ ਸਿੱਖ ਕੌਮ ਨੂੰ ਤਿਆਰ ਕੀਤਾ, ਲੋਕਾਂ ਨੂੰ ਤਿਆਰ ਕੀਤਾ ਕਿ ਭਾਈ ਨਾ ਕਿਸੇ ਦੇ ਜ਼ੁਲਮ ਕਰਨਾ, ਨਾ ਕਿਸੇ ਦਾ ਜ਼ੁਲਮ ਸਹਿਣਾ। ਡਰਨਾ ਨਹੀਂ ਹੈ, ਡਰ ਕੇ ਧਰਮ ਨਹੀਂ ਬਦਲਣਾ, ਡਰ ਕੇ ਆਪਣੇ ਅਸੂਲ ਨਹੀਂ ਬਦਲਣੇ। ਸ਼ਹੀਦ ਹੋਣਾ ਪੈ ਜੇ ਹੋ ਜਾਣਾ ਹੈ, ਅਗਲਾ ਸ਼ਹੀਦ ਹੋ ਕੇ ਵਿਖਾਇਆ। ਫਿਰ ਉਹ ਕਹਿੰਦੇ ਸਾਧੋ, ਹੇ ਭਲੇ ਲੋਕੋ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਅਹਨਸ ਭਾਗੋ। ਹੇ ਭਾਈ ਹੰਕਾਰ ਛੱਡੋ। ਕਾਮ ਕ੍ਰੋਧ ਦੀ ਤੇ ਭੈੜੇ ਲੋਕ, ਦੁਰਜਨ, ਭੈੜੇ ਨੂੰ ਕਹਿੰਦੇ ਹਿੰਦੀ ਦੁਰ, ਭੈੜੇ ਨੂੰ ਕਹਿੰਦੇ। ਕਾਮ ਕ੍ਰੋਧ ਅਰ ਸੰਗਤ ਦੁਰਜਨ ਕੀ, ਤਾਤੇ ਅਹਨਸ ਭਾਗੋ। ਕਾਮ ਕ੍ਰੋਧ ਤੋਂ ਦੂਰ ਰਹੋ, ਭੈੜੇ ਲੋਕਾਂ ਦੀ ਸੰਗਤ ਤੋਂ ਦੂਰ ਰਹੋ ਅਤੇ ਹੰਕਾਰ ਆਪਣਾ ਛੱਡੋ। ਕਿਉਂਕਿ ਜਦੋਂ ਤੁਸੀਂ ਧਰਮ ਦਾ ਡੂੰਘਾ ਅਧਿਐਨ ਕਰੋ ਗੁਰਬਾਣੀ ਦਾ, ਤੁਹਾਨੂੰ ਸਮਝ ਆ ਜਾਏਗਾ ਕਿ ਜੋ ਕੁਛ ਵੀ ਸਾਡੇ ਕੋਲੇ ਹੈ, ਭਾਵੇਂ ਇਹ ਸਾਡੇ ਯਤਨਾਂ ਕਾਰਨ ਹੈ, ਪਰ ਉਹ ਪਰਮਾਤਮਾ ਦਾ ਦਿੱਤਾ ਹੋਇਆ ਹੈ। ਹਾਂ, ਜੇ ਸਾਡੇ ਕੋਲ ਵਧੀਆ ਕੋਠੀਆਂ ਨੇ, ਐਂ ਕਹਿੰਦੇ ਪਰਮਾਤਮਾ ਦੀ ਕਿਰਪਾ ਹੈ, ਉਹਨੇ ਮੈਨੂੰ ਨੌਕਰੀ ਦਿੱਤੀ, ਚੰਗਾ ਵਪਾਰ ਦਿੱਤਾ, ਚੰਗਾ ਮੈਂ ਕੰਮ ਦਿੱਤਾ, ਮੇਰੇ ਕੋਲ ਪੈਸੇ ਆਏ ਹੈ, ਮੈਨੂੰ ਸੋਝੀ ਬਖਸ਼ੀ, ਮੈਂ ਘਰ ਪਾਇਆ ਹੈ। ਸਿੱਖ ਧਰਮ ਕਹਿੰਦਾ ਕਿ ਜੋ ਕੁਛ ਵੀ ਤੁਹਾਡੇ ਕੋਲੇ ਹੈ ਇਹ ਸਭ ਪਰਮਾਤਮਾ ਦਾ ਦਿੱਤਾ ਹੋਇਆ, ਅਤੇ ਕਿਸੇ ਦੀ ਦਿੱਤੀ ਚੀਜ਼ 'ਤੇ ਕਦੇ ਹੰਕਾਰ ਨਹੀਂ ਕਰੀਦਾ। ਤਾਂ ਉਹਨੇ ਕਿਹਾ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਅਹਨਸ ਭਾਗੋ। ਭਾਗੋ ਦੌੜਨਾ ਤੋਂ ਦੂਰ ਰਹੋ ਪਾਪ। ਕਹਿੰਦੇ ਮਨ ਰੇ ਕੌਣ ਕੁਮਤ ਤੈਂ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਕਿ ਤੂੰ ਕਿਹੜੀ ਪੁੱਠੀ ਮੱਤ ਫੜੀ ਹੋਈ ਹੈ, ਤੂੰ ਪਰਮਾਤਮਾ ਦੀ ਭਗਤੀ ਕਰਦਾ ਨਹੀਂ, ਇਸ ਬੁਰੇ ਕੰਮਾਂ 'ਚ ਤੂੰ ਪਿਆ ਹੋਇਆ। ਇਹਨਾਂ ਬੁਰੇ ਕੰਮਾਂ ਨੂੰ ਤੂੰ ਛੱਡ ਦੇ। ਕਹਿੰਦੇ ਕਰ ਸਾਧ ਸੰਗਤ ਸਿਮਰ ਮਾਧੋ, ਕਰ ਸਾਧ ਸੰਗਤ ਸਿਮਰ ਮਾਧੋ, ਹੋਹੇ ਪਤਿਤ ਪੁਨੀਤ। ਕਹਿੰਦੇ ਤੂੰ ਸਾਧੂ ਦੀ ਸੰਗਤ ਕਰ, ਗੁਰੂ ਦੀ ਸੰਗਤ ਕਰ, ਪਰਮਾਤਮਾ ਦਾ ਨਾਮ ਜਪ, ਤੂੰ ਪਾਪੀ ਤੋਂ ਵੀ ਪਵਿੱਤਰ ਹੋ ਜਾਵੇਗਾ। ਤੇਰੇ ਅੰਦਰ ਜੋ ਪਾਪ ਦੀ ਮੈਲ ਲੱਗੀ ਹੈ ਸਾਰੀ ਲੈ ਜਾਏਗੀ, ਤੇਰਾ ਮਨ ਸਾਫ ਸੁਥਰਾ ਹੋ ਜਾਵੇਗਾ। ਫਿਰ ਕਹਿੰਦੇ ਕਈ ਵਾਰੀ ਬੰਦਾ ਤੀਰਥ ਇਸ਼ਨਾਨ ਕਰਦਾ ਹੈ, ਪੁੰਨ ਦਾਨ ਕਰਦਾ ਹੈ, ਹੰਕਾਰ ਕਰਦਾ ਹੈ। ਤੀਰਥ ਬਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਕਿ ਤੂੰ ਤੀਰਥ ਕਰਦਾ, ਤੀਰਥ ਯਾਤਰਾ ਕਰਦਾ, ਤੂੰ ਪੁੰਨ ਦਾਨ ਵੀ ਕਰਦਾ ਹੈ, ਤੂੰ ਵਰਤ ਵੀ ਰੱਖਦਾ ਹੈ, ਪਰ ਤੂੰ ਹੰਕਾਰ ਕਰਦਾ ਹੈ। ਮੈਂ ਤੀਰਥ ਯਾਤਰਾ ਇੰਨੇ ਵਾਰੀ ਕੀਤੇ, ਮੈਂ ਇੰਨਾ ਪੁੰਨ ਦਾਨ ਕੀਤਾ, ਮੈਂ ਆਹ ਕੀਤਾ, ਮੈਂ ਉਹ ਕੀਤਾ, ਤੂੰ ਹੰਕਾਰ ਕਰਦਾ।
ਕਿ ਤੇਰੇ ਹੰਕਾਰ ਕਾਰਨ ਜਿਵੇਂ ਹਾਥੀ ਹੈ, ਉਹਨੂੰ ਤੁਸੀਂ ਇਸ਼ਨਾਨ ਕਰਾਓ। ਉਹ ਜਦੋਂ ਇਸ਼ਨਾਨ ਕਰਾ ਕੇ ਛੱਡੋਗੇ, ਉਹ ਆਪਣੀ ਸੁੰਡ ਨਾਲ ਚਿੱਕੜ ਲੈ ਕੇ ਨਾ ਉੱਤੇ ਪਾ ਲੈਂਦਾ। ਕਹਿੰਦੇ ਜੇ ਤੁਸੀਂ ਹੰਕਾਰ ਕਰੋ, ਤੀਰਥ ਬਰਤਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਫਲ ਜਾਤ ਜਿਉਂ ਕੁੰਚਰ ਇਸ਼ਨਾਨ। ਕੁੰਚਰ ਹਾਥੀ ਨੂੰ ਕਹਿੰਦੇ। ਜਿਵੇਂ ਹਾਥੀ ਦਾ ਕੀਤਾ ਹੋਇਆ ਇਸ਼ਨਾਨ ਵਿਅਰਥ ਚਲਾ ਜਾਂਦਾ ਹੈ, ਜੇ ਤੂੰ ਪੁੰਨ ਦਾਨ ਕਰਕੇ ਧਾਰਮਿਕ ਕੰਮ ਕਰਕੇ ਹੰਕਾਰ ਕਰੇਗਾ, ਤੇਰਾ ਵੀ ਵਿਅਰਥ ਚਲੇ ਜਾਣਾ। ਸਿੱਖਿਆਵਾਂ ਤਾਂ ਉਹਨਾਂ ਦੀ ਬਹੁਤ ਨੇ, ਪਰ ਹੁਣ ਕਿ ਸਮਾਂ ਹੋ ਗਿਆ ਹੈ, ਇਸ ਲਈ ਗੁਰੂ ਮਹਾਰਾਜ ਕਿਰਪਾ ਕਰਨ। ਅਸੀਂ ਜਿੱਥੇ ਉਹਨਾਂ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਸਾਰੇ ਸੰਸਾਰ 'ਚ, ਅਸੀਂ ਇਹ ਵੀ ਨਾਲ ਕੋਸ਼ਿਸ਼ ਕਰਨੀ। ਦੇਖੋ ਉਹਨਾਂ ਦੀ ਖੁਸ਼ੀ ਸਾਨੂੰ ਤਾਂ ਹੀ ਪ੍ਰਾਪਤ ਹੋਵੇਗੀ ਨਾ, ਨਿਰੇ ਮੱਥੇ ਟੇਕਣ ਨਾਲ ਖੁਸ਼ੀ ਨਹੀਂ ਮਿਲਿਆ ਕਰਦੀ। ਖੁਸ਼ੀ ਤੇ ਗੁਰੂ ਦੀ ਤਾਂ ਮਿਲਦੀ ਹੈ ਜੇ ਅਸੀਂ ਉਹਨਾਂ ਦੇ ਆਖੇ ਲੱਗਾਂਗੇ। ਬੀਬੀਆਂ ਬੈਠੀਆਂ, ਮੰਨ ਲਓ ਤੁਹਾਡੀ ਨੂੰਹ ਹੈ, ਉਹ ਸਵੇਰੇ ਉੱਠ ਕੇ ਤੁਹਾਡੇ ਪੈਰੀਂ ਹੱਥ ਲਾਉਂਦੇ, ਤੁਹਾਨੂੰ ਨਮਸਕਾਰ ਕਰਦੀ ਹੈ, ਇਹ ਕੋਈ ਤੁਹਾਡਾ ਮਨ ਖੁਸ਼ ਹੋ ਗਿਆ। ਫਿਰ ਤੁਸੀਂ ਕਿਹਾ ਬੀਬਾ ਮੈਨੂੰ ਚਾਹ ਦਾ ਕੱਪ ਲੈ, ਇਹ ਨਹੀਂ ਸੱਸੂ ਮੇਰੇ ਤੋਂ ਹੁੰਦਾ, ਜਵਾਬ ਦੇ ਦਿੱਤਾ। ਫਿਰ ਕੀ ਸੱਸ ਖੁਸ਼ ਹੋਵੇਗੀ ਉਸ 'ਤੇ? ਨਹੀਂ ਹੋਵੇਗੀ। ਗੁਰੂ ਮਹਾਰਾਜ ਕਹਿੰਦੇ ਵੀ ਆਹ ਕੰਮ ਨਹੀਂ ਕਰਨੇ, ਸਿੱਖ ਉਹੀ ਕਰ ਰਿਹਾ ਹੈ, ਤਾਂ ਫਿਰ ਗੁਰੂ ਮਹਾਰਾਜ ਦੀ ਖੁਸ਼ੀ ਨਹੀਂ ਹੋਗੀ। ਦਿਨ ਜਿੰਨੇ ਮਰਜ਼ੀ ਭਾਵੇਂ ਬਣਾ ਲਓ। ਇਹ ਤਾਂ ਮਨ ਨੂੰ ਝੂਠੀ ਤਸੱਲੀ ਹੋ ਗਈ, ਆਹ ਵੀ ਸਤਸੰਗ ਭਵਨ 'ਚ 400 ਸਾਲਾ ਪ੍ਰਕਾਸ਼ ਜਿਹੜਾ ਮਨਾਇਆ ਗਿਆ ਹੈ। ਕਿੰਨੇ ਕੁ ਸਤਸੰਗੀ ਨੇ ਜਿਹੜੇ ਗੁਰੂ ਮਹਾਰਾਜ ਦੀ ਗੱਲ 'ਤੇ ਪਹਿਰਾ ਦੇਣਗੇ। ਅਗਰ ਤੇ ਅਸੀਂ ਗੁਰੂ ਮਹਾਰਾਜ ਦੀ ਜਿਹੜੇ 4-5 ਗੱਲਾਂ ਆਪਾਂ ਹੁਣੇ ਵਿਚਾਰ ਕੀਤੀ ਉਹਦੀ ਬਾਣੀ ਦੀ, ਅਗਰ ਤੇ ਅਸੀਂ ਇਸ 'ਤੇ ਪਹਿਰਾ ਦਿੰਦੇ ਤਾਂ ਗੁਰੂ ਮਹਾਰਾਜ ਦੀ ਸਾਡੇ 'ਤੇ ਖੁਸ਼ੀ ਹੋਵੇਗੀ, ਨਵੇਂ ਪਾਤਸ਼ਾਹ ਦੀ ਖੁਸ਼ੀ ਹੋਵੇਗੀ, ਸਾਡਾ ਜੀਵਨ ਤਬਦੀਲ ਹੋ ਜਾਏਗਾ, ਸਾਨੂੰ ਸੁੱਖ ਸ਼ਾਂਤੀ ਮਿਲੇਗੀ। ਸਭ ਕੁ ਗੁਰੂ ਮਹਾਰਾਜ ਕਿਰਪਾ ਕਰਨ। ਇਸ ਲਈ ਜਿੱਥੇ ਅਸੀਂ ਬਾਣੀ ਪੜ੍ਹਨੀ ਹੈ, ਗੁਰਦੁਆਰਾ ਕੇ ਮੱਥਾ ਟੇਕਣਾ, ਉੱਥੇ ਬਾਣੀ ਜੋ ਕਹਿੰਦੀ ਉਹਦੇ ਅਨੁਸਾਰ ਜੀਵਨ ਜਿਉਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ। ਫਿਰ ਗੁਰੂ ਮਹਾਰਾਜ ਸਾਡੇ 'ਤੇ ਖੁਸ਼ ਹੋਣਗੇ। ਅਤੇ ਜਦੋਂ ਗੁਰੂ ਮਹਾਰਾਜ ਸਿੱਖ 'ਤੇ ਖੁਸ਼ ਹੋਣ, ਫਿਰ ਸਿੱਖ ਨੂੰ ਤਾਂ ਕਿਸੇ ਚੀਜ਼ ਦੀ ਕਮੀ ਹੀ ਨਹੀਂ ਰਹਿੰਦੀ। ਸੋ ਸਤਿਕਾਰਯੋਗ ਸਾਧ ਨੇ, ਸਮਾਂ ਕਾਫੀ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।